ਕੱਲ ਯਾਨੀ ਕਿ 10ਵੀਂ ਦਾ ਹੈਗਾ ਵਾ ਸਾਇੰਸ ਦਾ ਪੇਪਰ। ਤਾਂ ਇਸ ਵੀਡੀਓ ਦੇ ਵਿੱਚ ਇਹ ਸਾਡੇ ਕੋਲ ਪ੍ਰੀਵੀਅਸ ਈਅਰ ਦਾ ਇੱਕ ਪੇਪਰ ਆ, ਅਸੀਂ ਇਸ ਨੂੰ ਪੂਰਾ ਹੀ ਸੋਲਵ ਕਰ ਲਿਆ ਵਾ। ਤਾਂ ਚਲੋ ਹੁਣ ਸ਼ੁਰੂ ਕਰਦੇ ਹਾਂ। ਇਸ ਵੀਡੀਓ ਦੇ ਵਿੱਚ ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਉੱਤਰ ਹੈਗੇ ਆ, ਕਿਉਂਕਿ ਦੋਸਤੋ ਇਹ ਬੋਰਡ ਦਾ ਪੇਪਰ ਆ। ਬੋਰਡ ਦੇ ਵਿੱਚ ਜਿਹੜੇ ਪ੍ਰਸ਼ਨ ਉੱਤਰ ਆਉਂਦੇ ਆ ਉਹੀ ਰਿਪੀਟ ਹੀ ਹੁੰਦੇ ਆ। ਤਾਂ ਤੁਹਾਨੂੰ ਦੱਸ ਦੇਵਾਂ, ਜਿਹੜਾ ਤੁਹਾਡਾ ਪੇਪਰ ਆ ਉਹ 70 ਦਾ ਨਹੀਂ 80 ਨੰਬਰ ਦਾ ਆਏਗਾ। ਇਹ ਪਿਛਲੇ ਸਾਲ ਦਾ ਵਾ, ਇਸ ਲਈ ਉਹ 70 ਨੰਬਰ ਦਾ ਹੁੰਦਾ ਸੀਗਾ ਉਸ ਵਕਤ। ਠੀਕ ਹੈ ਜੀ। ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਭਾਗ ਊੜਾ ਦੇਖ ਲਓ ਕੀ ਹੈ। ਪਹਿਲਾ ਪ੍ਰਸ਼ਨ ਇਹਦੇ ਵਿੱਚ ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਿਉਂ ਕਹਿੰਦੇ ਹਨ? ਤਾਂ ਇਹਦਾ ਉੱਤਰ ਆਏਗਾ ਕਿਉਂਕਿ ਸਾਹ ਕਿਰਿਆ ਦੌਰਾਨ ਗਲੂਕੋਜ਼ ਦਾ ਆਕਸੀਕਰਨ ਹੋ ਕੇ ਊਰਜਾ ਪੈਦਾ ਹੁੰਦੀ ਹੈ। ਠੀਕ ਹੈ ਜੀ। ਤਾਂ ਇਹਦਾ ਆਨਸਰ ਇਹ ਆ ਜਾਏਗਾ। ਦੂਸਰਾ ਪ੍ਰਸ਼ਨ ਹੈ, ਹੇਠ ਦਿੱਤੇ ਚਿੱਤਰ ਵਿੱਚ ਜੀਵ ਵਿਕਾਸ ਦੇ ਪੱਖ ਤੋਂ ਕਿਸ ਤਰ੍ਹਾਂ ਦੇ ਅੰਗ ਦਰਸਾਏ ਗਏ ਹਨ? ਤਾਂ ਇਹ ਸਮਰੂਪ ਅੰਗ, ਚਮਗਾਦੜ ਅਤੇ ਪੰਛੀ ਦੇ ਪੰਖ। ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਤੇ ਦੋਸਤੋ ਆਹ ਜਿਹੜੇ ਆਨਸਰ ਨੇ ਬਿਲਕੁਲ ਕਰੈਕਟ ਵੀ ਆ, ਇਹ ਨਹੀਂ ਕਿ ਮੈਂ ਆਪਣੇ ਕੋਲੋਂ ਲਿਖਵਾ ਰਿਹਾ ਵਾਂ। ਜਿਵੇਂ ਕਿ ਆਹ ਦੇਖ ਲਓ, ਇਹਨਾਂ ਨੇ ਦੱਸਿਆ ਵੀ ਹੋਇਆ ਗਾਈਡ ਦੇ ਵਿੱਚੋਂ ਆਨਸਰ ਲੱਭਿਆ ਸਮਰੂਪ ਅੰਗ, ਚਮਗਿੱਦੜ ਅਤੇ ਜਿਹੜਾ ਹੈਗਾ ਪੰਛੀ ਦੇ ਪੰਖ। ਠੀਕ ਹੈ। ਤਾਂ ਆਹੀ ਜਿਹੜੀ ਹੈ ਡਾਇਗਰਾਮ ਦੇਖ ਲਓ, ਬਿਲਕੁਲ ਸੇਮ ਡਾਇਗਰਾਮ ਉੱਥੇ ਆਹੀ ਬਣੀ ਹੋਈ ਆ। ਠੀਕ ਹੈ ਜੀ। ਤਾਂ ਬਿਲਕੁਲ ਕਰੈਕਟ ਆਨਸਰ ਆ, ਇਹ ਨਹੀਂ ਕਿ ਅਸੀਂ ਆਪਣੇ ਕੋਲੋਂ ਕੁਝ ਵੀ ਤੁਹਾਨੂੰ ਜਿਹੜਾ ਹੈਗਾ ਵਾ ਲਗਵਾ ਦਾਂਗੇ। ਤੇ ਇਹਦਾ ਆਨਸਰ ਇਹ ਹੋ ਜਾਏਗਾ। ਤੀਸਰਾ ਪ੍ਰਸ਼ਨ ਹੈ ਦੋਸਤੋ, ਹੇਠ ਦਿੱਤੇ ਚਿੱਤਰ ਵਿੱਚ ਅੱਖਾਂ ਦਾ ਕਿਹੜਾ ਦੋਸ਼ ਦਰਸਾਇਆ ਗਿਆ ਹੈ? ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਆਪਣਾ ਦੂਰ ਦ੍ਰਿਸ਼ਟੀ ਦੋਸ਼। ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ, ਹੇਠ ਦਿੱਤੇ ਚਿੱਤਰ ਵਿੱਚ 1 ਅਤੇ 2 ਨੂੰ ਅੰਕਿਤ ਕਰੋ, ਯਾਨੀ ਕਿ ਆਹ ਕੀ ਹੈ ਤੇ ਆਹ ਕੀ ਹੈ? ਠੀਕ ਹੈ ਜੀ। ਤਾਂ ਦੋਸਤੋ ਪਹਿਲਾ ਵਾਲਾ ਜਿਹੜਾ ਤੁਹਾਡਾ ਹੈ ਕਨਕੇਵ ਮਿਰਰ ਆ, ਯਾਨੀ ਕਿ ਪੰਜਾਬੀ ਦੇ ਵਿੱਚ ਇਸ ਨੂੰ ਅਵਤਲ ਲੈਂਸ ਕਹਿੰਦੇ ਆ, ਯਾਨੀ ਕਿ ਕਨਕੇਵ ਸ਼ੀਸ਼ਾ। ਤੇ ਦੂਸਰਾ ਦੋਸਤੋ ਤੁਹਾਡੀ ਇਹ ਜਿਹੜੀ ਹੈਗੀ ਆ ਦੂਸਰੇ ਨੰਬਰ ਤੇ ਇਹ ਇੱਕ ਸ਼ੀਟ ਆ। ਠੀਕ ਹੈ ਜੀ। ਤੇ ਹੁਣ ਪੰਜਵਾਂ ਪ੍ਰਸ਼ਨ ਕੀ ਹੈ ਦੋਸਤੋ, ਆਹ ਜਿਹੜਾ ਤੁਹਾਡਾ ਫਾਰਮੂਲਾ ਦਿੱਤਾ ਹੋਇਆ ਵਾ, ਠੀਕ ਹੈ ਜੀ, Na2SO4, ਠੀਕ ਹੈ ਜੀ, ਪਲੱਸ BaCl2 BaSO ਪਲੱਸ NaCl। ਤਾਂ ਦੋਸਤੋ ਇਹ ਜਿਹੜਾ ਹੈਗਾ ਕੀ ਹੈ? ਤਾਂ ਦੋਸਤੋ ਇਹ ਜਿਹੜਾ ਹੈਗਾ ਤੁਹਾਡਾ ਦੋਹਰਾ ਵਿਸਥਾਪਨ ਕਿਰਿਆ ਹੈ। ਠੀਕ ਹੈ ਜੀ। ਤਾਂ ਉਪਰੋਕਤ ਰਸਾਇਣਿਕ ਸਮੀਕਰਨ ਕਿਸ ਤਰ੍ਹਾਂ ਦੀ ਰਸਾਇਣਿਕ ਕਿਰਿਆ ਦਾ ਉਦਾਹਰਣ ਹੈ? ਤਾਂ ਇਹ ਦੋਸਤੋ ਜਿਹੜਾ ਹੈਗਾ ਦੋਹਰਾ ਵਿਸਥਾਪਨ ਕਿਰਿਆ ਦੀ ਜਿਹੜੀ ਹੈਗੀ ਉਦਾਹਰਣ ਹੈ। ਹੁਣ ਦੋਸਤੋ ਭਾਗ ਆੜਾ ਵਾ। ਠੀਕ ਹੈ ਜੀ। ਤਾਂ ਦੇਖੋ ਕੀ ਹੈ ਪ੍ਰਸ਼ਨ, ਦੋ ਨਿਊਰੋਨਾਂ ਵਿਚਕਾਰ ਸਾਈਨੈਪਸ ਕੀ ਹੁੰਦਾ ਹੈ? ਠੀਕ ਹੈ। ਦੋ ਨਿਊਰੋਨਾਂ ਦੇ ਵਿਚਕਾਰਲੇ ਖਾਲੀ ਥਾਂ ਨੂੰ ਦੋਸਤੋ ਸਾਈਨੈਪਸ ਕਿਹਾ ਕਹਿੰਦੇ ਹਨ। ਸਾਈਨੈਪਸ ਵਿੱਚ ਦੋਸਤੋ ਜਿਹੜਾ ਹੈਗਾ ਸੰਕੇਤ ਰਸਾਇਣਿਕ ਸੰਕੇਤਾਂ ਵਿੱਚ ਬਦਲ ਕੇ ਇੱਕ ਨਿਊਰੋਨ ਤੋਂ ਦੂਜੀ ਨਿਊਰੋਨ ਤੱਕ ਪਹੁੰਚਾਉਂਦੇ ਹਨ। ਠੀਕ ਹੈ ਜੀ। ਤਾਂ ਪਹੁੰਚਦੇ ਹਨ, ਇਹ ਤੁਹਾਡਾ ਆਨਸਰ ਹੋ ਜਾਏਗਾ। ਠੀਕ ਹੈ ਜੀ। ਤੇ ਤੁਹਾਡੇ ਗਾਈਡ ਦੇ ਵਿੱਚੋਂ ਹੀ ਲੱਭਿਆ ਹੋਇਆ ਬਿਲਕੁਲ ਕਰੈਕਟ ਆਨਸਰ ਆ। ਅੱਗੇ ਦੋਸਤੋ ਹੇਠ ਦਿੱਤੇ ਚਿੱਤਰ ਵਿੱਚ 1 ਅਤੇ 2 ਨੂੰ ਅੰਕਿਤ ਕਰੋ। ਜਿਵੇਂ ਕਿ ਦੋਸਤੋ ਆ ਦੇਖੋ ਇਹਨਾਂ ਨੇ ਪੁੱਛਿਆ ਹੋਇਆ ਵਾ ਕਿ ਇਹ ਕੀ ਹੈ? ਠੀਕ ਹੈ ਜੀ। ਤਾਂ ਇਹ ਦੋਸਤੋ ਤੁਹਾਡਾ ਆਏਗਾ ਥਾਇਰੋਇਡ ਗਲੈਂਡ ਆ। ਠੀਕ ਹੈ ਜੀ ਇਹ। ਤੇ ਦੂਸਰਾ ਦੋਸਤੋ ਇਹ ਤੁਹਾਡਾ ਜਿਹੜਾ ਹੈਗਾ ਵਾ ਅੰਡਾਸ਼ਯ ਵਾ। ਠੀਕ ਹੈ ਜੀ। ਯਾਨੀ ਕਿ ਇੰਗਲਿਸ਼ ਦੇ ਵਿੱਚ ਇਸ ਨੂੰ ਓਵੇਰੀ ਕਹਿੰਦੇ ਆ। ਅੱਗੇ ਦੋਸਤੋ ਆਪਣਾ ਪ੍ਰਸ਼ਨ ਕੀ ਹੈ ਇੱਥੇ ਕਿ 2 ਮੀਟਰ ਫੋਕਸ ਦੂਰੀ ਵਾਲੇ ਅਵਤਲ ਲੈਂਸ ਦੀ ਸ਼ਕਤੀ ਪਤਾ ਕਰੋ। ਤਾਂ ਦੇਖੋ ਲੈਂਸ ਦੀ ਸ਼ਕਤੀ 1 ਫੋਕਲ ਲੈਂਥ, ਠੀਕ ਹੈ ਜੀ, P = 1 ਇੱਥੇ 2 ਇਹਨਾਂ ਨੇ ਇਸ ਤਰ੍ਹਾਂ ਲਿਆ ਹੋਇਆ ਵਾ। ਠੀਕ ਹੈ। ਤਾਂ ਦੋਸਤੋ ਇੱਥੇ ਤੁਸੀਂ ਆਹ ਦੇਖ ਸਕਦੇ ਹੋ P = ਪਲੱਸ 0.5 ਜਿਹੜਾ ਹੈਗਾ ਵਾ D ਇਜ਼ ਦਾ ਰਾਈਟ ਆਨਸਰ ਹੋ ਗਿਆ। ਠੀਕ ਹੈ ਜੀ। 0.5 D ਇਜ਼ ਦਾ ਰਾਈਟ ਆਨਸਰ ਇਹਨਾਂ ਨੇ ਇੱਥੇ ਕੱਢ ਦਿੱਤਾ ਵਾ। ਤੇ ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ 10ਵਾਂ ਪ੍ਰਸ਼ਨ ਆ ਕਿ ਸਾਹਮਣੇ ਦਿੱਤੇ ਚਿੱਤਰ ਵਿੱਚ ਆਹ ਜਿਹੜਾ ਚਿੱਤਰ ਦਿੱਤਾ ਹੋਇਆ ਵਾ, ਪਰਖ ਨਲੀ ਵਿੱਚ ਦੋਸਤੋ ਕਿਰਿਆ ਦੌਰਾਨ ਕਿਹੜੀ ਗੈਸ ਪੈਦਾ ਹੋ ਰਹੀ ਹੈ? ਠੀਕ ਹੈ ਜੀ। ਇਹ ਗੈਸ ਚੂਨੇ ਦੇ ਪਾਣੀ, ਕੈਲਸ਼ੀਅਮ ਤੇ ਆਪਣਾ ਹਾਈਡਰੋਕਸਾਈਡ ਨਾਲ ਕਿਸ ਤਰ੍ਹਾਂ ਕਿਰਿਆ ਕਰਦੀ ਪ੍ਰਭਾਵ ਪਾਉਂਦੀ ਹੈ? ਤਾਂ ਇਹਦਾ ਆਨਸਰ ਜਿਵੇਂ ਕਿ ਦੇਖ ਲਓ ਦੋਸਤੋ ਲਿਖਿਆ ਹੋਇਆ ਹੈ, ਗੈਸ ਜਿਹੜੀ ਹੈਗੀ ਉਹ ਕਾਰਬਨ ਡਾਈਆਕਸਾਈਡ ਹੈ ਪੈਦਾ ਹੋਈ। ਠੀਕ ਹੈ। ਕਾਰਬਨ ਡਾਈਆਕਸਾਈਡ ਗੈਸ ਕੈਲਸ਼ੀਅਮ ਕਾਰਬੋਨੇਟ ਅਤੇ ਪਾਣੀ ਪੈਦਾ ਕਰਨ ਲਈ ਚੂਨੇ ਦੇ ਪਾਣੀ ਜਾਂ ਦੋਸਤੋ ਜਿਹੜਾ ਹੈਗਾ ਵਾ ਕੈਲਸ਼ੀਅਮ ਹਾਈਡਰੋਕਸਾਈਡ ਨਾਲ ਪ੍ਰਤੀਕਿਰਿਆ ਕਰਦੀ ਹੈ। ਇਹ ਜਿਹੜਾ ਹੈਗਾ ਵਾ ਰੰਗ ਬਣ ਜਾਂਦਾ ਹੈ। ਠੀਕ ਹੈ ਜੀ। ਤੇ ਇਹਦਾ ਰਸਾਇਣਿਕ ਸਮੀਕਰਨ ਦੋਸਤੋ ਆ ਦੇਖੋ ਇਹਨਾਂ ਨੇ ਲਿਖਿਆ ਹੋਇਆ ਇਹਦਾ ਇਹ ਰਸਾਇਣਿਕ ਸਮੀਕਰਨ ਵੀ ਬਣਾ ਦਿੱਤਾ ਇਹਨਾਂ ਨੇ। ਅੱਗੇ ਦੋਸਤੋ ਆਪਣਾ 11ਵਾਂ ਪ੍ਰਸ਼ਨ ਹੈ, ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਵਸਤਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ ਹਨ? ਤਾਂ ਦੋਸਤੋ ਚਲੋ ਆਨਸਰ ਦੇਖਦੇ ਹਾਂ ਇਹਦਾ। ਆ ਦੇਖੋ ਆਹੀ ਪ੍ਰਸ਼ਨ ਸੀਗਾ ਨਾ ਤੁਹਾਡਾ, ਕਿੱਥੇ ਗਿਆ ਦੋਸਤੋ ਆਪਣਾ ਪਿੱਤਲ। ਹਾਂਜੀ ਆ ਦੇਖੋ, ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਵਸਤਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ? ਤਾਂ ਦਹੀਂ ਅਤੇ ਜਿਹੜੀ ਹੈਗੇ ਖੱਟੀਆਂ ਵਸਤਾਂ ਵਿੱਚ ਤੇਜ਼ਾਬ ਹੁੰਦੇ ਹਨ, ਜੋ ਕਿ ਦੋਸਤੋ ਕੀ ਹੈ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਅਤੇ ਹੋਰ ਹਾਨੀਕਾਰਕ ਪਦਾਰਥ ਪੈਦਾ ਕਰਦੇ ਹਨ ਅਤੇ ਭੋਜਨ ਨੂੰ ਖਰਾਬ ਕਰ ਦਿੰਦੇ ਹਨ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਇਹਦੇ ਨਾਲ ਹੀ ਦੋਸਤੋ ਇੱਕ ਕੁਐਸਚਨ ਮੈਨੂੰ ਲੱਗਦਾ ਕਿ ਮਿਸ ਹੋ ਗਿਆ ਆਪਣਾ, ਇਹ 9ਵਾਂ ਕੁਐਸਚਨ ਸੀਗਾ ਜਿਹੜਾ ਚੁੰਬਕੀ ਖੇਤਰ ਰੇਖਾਵਾਂ ਦੇ ਗੁਣ ਲਿਖੋ। ਤਾਂ ਦੋਸਤੋ ਇਹਦਾ ਆਨਸਰ ਆਹ ਦੇਖ ਲੈਂਦੇ ਆ ਦੇਖੋ ਇਹਦਾ ਆਨਸਰ ਇੱਥੇ ਹੈ ਆਪਣਾ ਚੁੰਬਕੀ ਖੇਤਰ ਰੇਖਾਵਾਂ ਦੇ ਗੁਣ ਦੀ ਸੂਚੀ ਬਣਾਓ। ਤਾਂ ਦੇਖੋ ਕੀ ਹੈ, ਚੁੰਬਕ ਦੇ ਬਾਹਰ ਦੋਸਤੋ ਚੁੰਬਕੀ ਖੇਤਰ ਰੇਖਾਵਾਂ ਦੀ ਦਿਸ਼ਾ ਉੱਤਰੀ ਜਿਹੜੀ ਹੈਗੀ ਹੈ ਧਰੁਵ ਤੋਂ ਦੱਖਣੀ ਧਰੁਵ ਵੱਲ ਹੁੰਦੀ ਹੈ। ਚੁੰਬਕ ਦੇ ਅੰਦਰ ਦੋਸਤੋ ਚੁੰਬਕੀ ਖੇਤਰ ਰੇਖਾਵਾਂ ਦੀ ਦਿਸ਼ਾ ਜਿਹੜੀ ਹੈਗੀ ਹੈ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਹੁੰਦੀ ਹੈ। ਚੁੰਬਕੀ ਖੇਤਰ ਰੇਖਾਵਾਂ ਦੀ ਘਣਤਾ ਚੁੰਬਕੀ ਖੇਤਰ ਦੀ ਜਿਹੜੀ ਹੈਗੀ ਹੈ ਪ੍ਰਬਲਤਾ ਦੱਸਦੀ ਹੈ। ਚੁੰਬਕੀ ਖੇਤਰ ਰੇਖਾਵਾਂ ਇੱਕ ਦੂਜੇ ਨੂੰ ਨਹੀਂ ਕੱਟਦੀਆਂ। ਤਾਂ ਤੁਹਾਡਾ ਇਹ ਆਨਸਰ
हो जाएगा यह प्रश्न का भी। ठीक है जी। तो हुण दोस्तों अपना अगला प्रश्न की है, यह 11वां प्रश्न भी हो गया। हुण 12वां प्रश्न है, ब्यूटेन का जिहड़ा हैगा अणु सूत्र लिखो। तो यदा हैगा दोस्तों C4H10। ठीक है। अगला प्रश्न है दोस्तों ये हाँ जी अपना प्रोपैनल, हाँ जी प्रोपैनल की जिहड़ी हैगी रचना का रेखा चित्र बनाओ। ठीक है जी। तो इसका आंसर देख लेना दोस्तों, रेखा चित्र कुछ इस तरह तुसीं ये बनाना वा, मैनूं जिथे तक लगता। ठीक है जी। आह देखो बनाया होया वा, या फिर दोस्तों यह वाला। ठीक है जी। दोनों के कोई एक तुसीं बना देना वा। अगला दोस्तों अपना प्रश्न की है देखो, हाँ जी अगला प्रश्न इत्थे की लिखा होया अपना इत्थे, हाँ जी इत्थे है देखो 13वां प्रश्न आ हुण अपना कि तत्तां दे वर्गीकरण का मैंडलीफ आवर्त नियम लिखो। ठीक है जी। तो आही तुहाडा प्रश्न आ ना, तत्तां दे वर्गीकरण का मैंडलीफ आवर्त नियम लिखो। तो देखो की आंसर, तत्तां दे वर्गीकरण का मैंडलीफ आवर्त नियम, मैंडलीफ ने सारे तत्तां नूं जिहड़ा हैगा आवर्ती सारणी विच उन्हां दे परमाणु दे जिहड़े हैगे आ, हाँ जी परमाणु पुंज दे चढ़दे रूम विच व्यवस्थित किया है, जिस तो इक्को जिहे भौतिक अते रसायनिक गुणां वाले भिन्न भिन्न तत्त एक निश्चित पीरीयड बाद मुड़ आ जाते हैं। इस आधार नूं सुख रुख जिहड़ा हैगा वा, हाँ जी मुख रख के जिहड़ा हैगा वा मैंडलीफ ने जिहड़ा हैगा आवर्ती सारणी बनाई, जिसका नियम है। ठीक है जी। तत्तां दे गुण उन्हां दे परमाणु पुंज दे आवर्ती फंक्शन यानी कि फलन हुंदे हन। तो तुहाडा आंसर इस प्रकार तुसीं ये लिख देना वा। अगला दोस्तों इहदे विच प्रश्न आ, आधुनिक आवर्ती सारणी दे किसी ग्रुप विच उपर तो हेठा जाण समय तां परमाणु आकार अते जिहड़ा हैगा वा धातवी गुण किवें बदलदे हन। तां इहदा आंसर देखदे हां। आ देखो आही तुहाडा प्रश्न सीगा ना, बिल्कुल सेम आही प्रश्न सीगा। ठीक है जी। उपर तो हेठा जाण नाल परमाणु आकार तर भी आही प्रश्न सीगा। देखो पहले वाला प्रश्न का आंसर आ जाएगा, आवर्ती सारणी दे किसी समूह विचों उपरों हेठां वल जाते समय परमाणु के आकार विच वाधा हुंदा है। दूसरा दा आंसर हैगा, आवर्ती सारणी दे किसी समूह ग्रुप विच उपर तो हेठां वल जाण ते तत्तां दी जिहड़ी हैगी आ धाड़वी सुभाव वधदा जांदा है। ठीक है। तो यह तुहाडा आंसर हो जाएगा। उस तो बाद दोस्तों अपना अगला प्रश्न इहदे विच पुछा है 15वां, उच्च संगठित पौदिਆਂ विच हाँ जी परिवहन तंत्र ਦੇ ਕਿਹੜੇ ਘਟਕ ਹਨ। ਅਜਿਹੇ ਪੌਦਿਆਂ ਵਿੱਚ ਪਾਣੀ ਅਤੇ ਜਿਹੜਾ ਹੈਗਾ ਖਣਿਜ ਲੂਣਾ ਦਾ ਵਹਿਣ ਕਿਵੇਂ ਹੁੰਦਾ ਹੈ। ਠੀਕ ਹੈ ਜੀ। ਪਾਣੀ ਅਤੇ ਖਣਿਜ ਲੂਣਾ ਦਾ। ਠੀਕ ਹੈ ਜੀ। ਆ ਦੇਖ ਲਓ ਪਾਣੀ ਅਤੇ ਖਣਿਜ ਲੂਣਾ ਦਾ। ਠੀਕ ਹੈ ਜੀ। ਤਾਂ ਦੇਖੋ ਆਹੀ ਤੁਹਾਡਾ ਪ੍ਰਸ਼ਨ ਆ। ਸਭ ਤੋਂ ਪਹਿਲਾਂ ਦੇਖੋ ਦੋਸਤੋ ਕੀ ਹੈ, ਜ਼ਾइलम ਅਤੇ ਫਲੋਰੀਅਮ। ਠੀਕ ਹੈ ਜੀ। ਯਾਨੀ ਕਿ ਉੱਚ ਸੰਗਠਿਤ ਪੌਦਿਆਂ ਵਿੱਚ ਪਰਿਵਹਨ ਪ੍ਰਣਾਲੀ ਦੇ ਕਿਹੜੇ ਘਟਕ ਹਨ। ਤਾਂ ਦੋਸਤੋ ਇਹ ਹੈਗੇ ਆ। ਤੇ ਜੜ੍ਹਾਂ ਤੋਂ ਦੋਸਤੋ ਪਾਣੀ ਅਤੇ ਖਣਿਜ ਜਿਹੜਾ ਹੈਗਾ ਦੋਸਤੋ ਜ਼ਾइलम ਟਿਸ਼ੂ ਰਾਹੀਂ ਪੱਤਿਆਂ ਤੱਕ ਪਹੁੰਚਾਇਆ ਜਾਂਦਾ ਹੈ। ਠੀਕ ਹੈ। ਪੱਤਿਆਂ ਵਿੱਚ ਤਿਆਰ ਹੋਇਆ ਭੋਜਨ ਜਾਂ ਖੁਰਾਕ ਪੌਦੇ ਦੇ ਬਾਕੀ ਹਿੱਸਿਆਂ ਤੱਕ ਇਹ ਜਿਹੜਾ ਹੈਗਾ ਦੋਸਤੋ ਕੀ ਹੈ ਫਲੋਇਮ ਟਿਸ਼ੂ ਰਾਹੀਂ ਊਰਜਾ ਦੇ ਉਪਯੋਗ ਨਾਲ ਪਹੁੰਚਦਾ ਹੈ। ਅੱਗੇ ਦੋਸਤੋ ਇਹਦੇ ਨਾਲ ਹੀ ਪ੍ਰਸ਼ਨ ਤੁਹਾਨੂੰ ਇੱਕ ਹੋਰ ਪੁੱਛਿਆ ਸੀਗਾ ਕਿ ਪੌਦਿਆਂ ਵਿੱਚ ਪਾਣੀ ਅਤੇ ਖਣਿਜ ਲੂਣਾ ਦਾ ਜਿਹੜਾ ਹੈਗਾ ਵਹਿਣ ਕਿਵੇਂ ਹੁੰਦਾ ਹੈ। ਤਾਂ ਪੌਦੇ ਪਾਣੀ ਵਿੱਚ ਦੋਸਤੋ ਘੁਲੇ ਹੋਏ ਖਣਿਜ ਲੂਣਾ ਯਾਨੀ ਕਿ ਜੜ੍ਹਾਂ ਰੋਮਾਂ ਰਾਹੀਂ ਜਿਹੜਾ ਹੈਗਾ ਦੋਸਤੋ ਪ੍ਰਸਰਣ ਵਿਧੀ ਰਾਹੀਂ ਗ੍ਰਹਿਣ ਕਰਦੇ ਹਨ। ਠੀਕ ਹੈ ਜੀ। ਜੜ੍ਹਾਂ ਤੋਂ ਪਾਣੀ ਅਤੇ ਖਣਿਜ ਜਿਹੜੇ ਹੈਗੇ ਜ਼ਾइलम ਟਿਸ਼ੂ ਰਾਹੀਂ ਪੱਤਿਆਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਕਿਰਿਆ ਵਿੱਚ ਵਾਸ਼ਪ ਜਿਹੜਾ ਹੈਗਾ ਦੋਸਤੋ ਉਤਸਰਜਨ ਵੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਤਾਂ ਦੋਸਤੋ ਤੁਹਾਡਾ ਇਹ ਆਪਣਾ ਪ੍ਰਸ਼ਨ ਜਿਹੜਾ ਸੀਗਾ ਇਹ ਪੂਰਾ ਹੀ ਅਸੀਂ देख लिया। हुण दोस्तों भाग ईडी है। तो देखो की है, हेठा दिते जिहड़े हैगे चित्र विच किहड़ा नियम जिहड़ा हैगा दर्शाया गया है। इस नियम अनुसार 1 ਅਤੇ 2 ਨੂੰ अंकित करो। ठीक है जी। तो चलो देखते हैं आंसर। ये भी मैं तुहानूं लभ के रखा होया है। आ देखो आही बिल्कुल जिहड़ा ये निशान है हत्थ दा, वो भी दोस्तों तुहाडा ये निशान जिहड़ा हैगा वा क्वेश्चन पेपर दे विच हैगा वा। ठीक है जी। तो दोस्तों ये नियम का नाम की है। तो दोस्तों ਇਹਦਾ नाम हैगा फ्लेमिंग दा खब्बा हत्थ नियम। ठीक है जी। तो यह तुहाडा जिहड़ा हैगा ਇਹਦਾ पहला आंसर ये हो जाएगा। तो उस तो बाद दोस्तों इन्होंने पूछा सीगा इत्थे आह जिहड़े डैश दिते होए जिवें कि 1 ਤੋਂ 2 ਨੂੰ अंकित करो। ठीक है जी। तो देख लो इत्थे भी ਉਹੀ दोस्तों इन्होंने बनाया होया वा बिल्कुल आ वाली एरो जिहड़ी बनी हुई है। तो देखो दोस्तों ਇਹਦੇ ਵਿੱਚ ਇਹਨਾਂ ਨੇ ਕਿਹੜਾ ਹੈਗਾ ਚੁੰਬਕੀ ਖੇਤਰ, ਇਹ ਉੱਪਰ ਜਿਹੜਾ ਹੈਗਾ ਵਾ ਚੁੰਬਕੀ ਖੇਤਰ ਹੋ ਜਾਏਗਾ। ਠੀਕ ਹੈ ਜੀ। ਆ ਦੇਖੋ ਪਹਿਲਾਂ ਇੱਥੇ ਆਹ ਵਾਲੇ ਜਿਹੜੇ ਇਹਦੇ ਵਿੱਚ ਕੀ ਹੋ ਜਾਏਗਾ ਦੋਸਤੋ ਚੁੰਬਕੀ ਖੇਤਰ। ਆ ਦੇਖੋ ਇਹਨਾਂ ਨੇ ਬਣਾਇਆ ਹੋਇਆ ਵਾ। ਤੇ ਇੱਥੇ ਦੋਸਤੋ ਜਿਹੜਾ ਹੈਗਾ ਵਾ ਹੁਣ ਦੂਸਰਾ ਜਿਹੜਾ ਇਹਨਾਂ ਨੇ ਪੁੱਛਿਆ ਵਾ, ਹੁਣ ਦੂਸਰੇ ਦਾ ਦੋਸਤੋ ਪ੍ਰੋਪਰ ਜੇ ਦੇਖਿਆ ਜਾਏ ਤਾਂ ਹੁਣ ਇੱਥੇ ਕੀ ਆਵੇਗਾ। ਠੀਕ ਹੈ ਜੀ। ਇੱਥੇ ਜਾਂ ਫਿਰ ਦੋਸਤੋ ਇਹਨਾਂ ਨੇ ਆਹ ਵਾਲੀ ਐਰੋ ਵੀ ਬਣਾਈ ਹੋਈ ਹੈ, ਤੁਸੀਂ ਇਸ ਨੂੰ ਦੇਖ ਲਓ ਪੂਰਾ ਇਹਨਾਂ ਨੇ ਇੱਥੇ ਬਣਾਇਆ ਹੋਇਆ ਵਾ ਬਿਜਲੀ ਧਾਰਾ। ਠੀਕ ਹੈ। ਆਹ ਵਾਲੇ ਇਹਦੇ ਵਿੱਚ ਇਹਨਾਂ ਨੇ ਬਲ ਗਤੀ ਵੀ ਲਿਖਿਆ ਹੋਇਆ, ਬਿਜਲੀ ਧਾਰਾ ਤੇ ਚੁੰਬਕੀ ਖੇਤਰ। ਠੀਕ ਹੈ ਜੀ। ਚੁੰਬਕੀ ਖੇਤਰ ਜਿਹੜਾ ਹੈ ਤੁਹਾਡੇ ਇੱਥੇ ਬਣਾਇਆ ਹੋਇਆ ਵਾ ਪੂਰਾ ਦੋਸਤੋ। ਇਹ ਸੇਮ ਆਹੀ ਚੀਜ਼ ਜਿਹੜਾ ਹੈਗਾ ਇੱਥੇ ਤੁਸੀਂ ਆਹ ਦੇਖ ਲਓ। ਠੀਕ ਹੈ ਜੀ। ਆ ਦੇਖੋ ਆਹੀ ਚੀਜ਼ ਜਿਹੜੀ ਹੈਗੀ ਬਣੀ ਹੋਈ ਆ ਤੇ ਉਹਨਾਂ ਨੇ ਜੋ ਲਿਖਿਆ ਸੀ ਇੱਥੇ ਤੁਹਾਨੂੰ ਦੱਸ ਦਿੱਤਾ ਵਾ। ਠੀਕ ਹੈ। ਤੇ ਅੱਗੇ ਦੋਸਤੋ ਆਪਣਾ ਪ੍ਰਸ਼ਨ 17ਵਾਂ ਵਾ, ਊਰਜਾ ਦੇ ਆਦਰਸ਼ ਸੋਮੇ ਦੇ ਗੁਣ ਲਿਖੋ। ਠੀਕ ਹੈ ਜੀ। ਜਾਂ ਚਲੋ ਦੇਖਦੇ ਹਾਂ ਊਰਜਾ ਦੇ ਆਦਰਸ਼ ਸੋਮੇ ਦੇ ਵਿੱਚ ਕੀ ਗੁਣ ਹਨ। ਤਾਂ ਦੇਖੋ ਕਾਫੀ ਮਾਤਰਾ ਵਿੱਚ ਊਰਜਾ ਪ੍ਰਦਾਨ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ, ਸਰਲਤਾ ਨਾਲ ਪ੍ਰਯੋਗ ਕਰਨ ਦੀ ਸੁਵਿਧਾ ਨਾਲ ਦੋਸਤੋ ਸੰਪੰਨ ਹੋਣੀ ਚਾਹੀਦੀ ਹੈ, ਸਮਾਨ ਦਰ ਨਾਲ ਊਰਜਾ ਉਤਪੰਨ ਹੋਣੀ ਚਾਹੀਦੀ ਹੈ, ਪ੍ਰਤੀ ਇਕਾਈ ਪੁੰਜ ਵਧੇਰੇ ਕਾਰਜ ਕਰ ਸਕੇ, ਸੌਖ ਨਾਲ ਸਟੋਰ ਕੀਤੀ ਜਾ ਸਕੇ, ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣਾ ਆਸਾਨ ਹੋਵੇ, ਇਹ ਸਸਤਾ ਪ੍ਰਾਪਤ ਹੋ ਸਕਣ ਵਾਲਾ ਹੋਣਾ ਚਾਹੀਦਾ ਹੈ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ।
ਅੱਗੇ ਦੋਸਤੋ ਆਪਣਾ ਪ੍ਰਸ਼ਨ ਹੈ ਨਿਖੇੜਕ ਕੀ ਹੁੰਦੇ ਹਨ ਤੇ ਅੱਗੇ ਹੈ ਆਪਣਾ ਪ੍ਰਸਥਿਤਿਕ ਪ੍ਰਬੰਧ ਵਿੱਚ ਨਿਖੇੜਕ ਦੀ ਜਿਹੜੀ ਹੈਗੀ ਭੂਮਿਕਾ ਕੀ ਹੈ। ਤਾਂ ਦੋਸਤੋ ਚਲੋ ਦੇਖਦੇ ਹਾਂ ਆਨਸਰ। ਆ ਦੇਖੋ ਦੋਸਤੋ ਆਹੀ ਪ੍ਰਸ਼ਨ ਹੈ ਨਾ, ਨਿਖੇੜਕ ਕੀ ਹੁੰਦੇ ਹਨ, ਪ੍ਰਸਥਿਤਿਕ ਪ੍ਰਬੰਧ ਵਿੱਚ ਨਿਖੇੜਕ ਦੀ ਭੂਮਿਕਾ। ਤਾਂ ਦੇਖੋ ਨਿਖੇੜਕ ਜੀਵਾਣੂਆਂ ਅਤੇ ਜਿਹੜੇ ਹੈਗੇ ਆ ਜੀਵਾਣੂ ਅਤੇ ਉੱਲੀ ਜਿਹੇ ਸੂਖਮ ਜੀਵ ਮਰੇ ਜੀਵਾਂ ਦੇ ਅਵੇਸ਼ਾਂ ਦਾ ਵਿਘਟਨ ਕਰਦੇ ਹਨ, ਜਿਨ੍ਹਾਂ ਨੂੰ ਦੋਸਤੋ ਨਿਖੇੜਕ ਕਹਿੰਦੇ ਹਨ। ਪ੍ਰਸਥਿਤਿਕ ਪ੍ਰਬੰਧ ਵਿੱਚ ਦੋਸਤੋ ਨਿਖੇੜਕ ਦੀ ਭੂਮਿਕਾ, ਨਿਖੇੜਕ ਜਿਹੜਾ ਹੈਗਾ ਵਾ ਰਿਜ਼ਲਦਾਰ ਜਿਹੜਾ ਹੈਗਾ ਦੋਸਤੋ ਕਾਰਬਨਿਕ ਪਦਾਰਥਾਂ ਨੂੰ ਸਰਲ ਅਕਾਰਬਨਿਕ ਪਦਾਰਥਾਂ ਵਿੱਚ ਬਦਲ ਦਿੰਦੇ ਹਨ, ਜੋ ਮਿੱਟੀ ਵਿੱਚ ਰਲ ਜਾਂਦੇ ਹਨ ਅਤੇ ਪੌਦਿਆਂ ਦੁਆਰਾ ਮੁੜ ਉਪਯੋਗ ਵਿੱਚ ਲਿਆਏ ਜਾਂਦੇ ਹਨ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਪੁੱਛਿਆ ਹੋਇਆ ਹੈ ਕਿ ਆਪਣੇ ਘਰ ਨੂੰ ਵਾਤਾਵਰਣ ਪੱਖੀ ਬਣਾਉਣ ਲਈ ਤੁਸੀਂ ਕਿਹੜੇ ਪਰਿਵਰਤਨ ਸੁਝਾ ਸਕਦੇ ਹੋ। ਤਾਂ ਦੋਸਤੋ ਦੇਖੋ ਆਹੀ ਪ੍ਰਸ਼ਨ ਆ, ਠੀਕ ਹੈ ਜੀ। ਆਪਣੇ ਘਰ ਨੂੰ ਵਾਤਾਵਰਣ ਪੱਖੀ ਬਣਾਉਣ ਲਈ ਤੁਸੀਂ ਕਿਹੜੇ ਕਿਹੜੇ ਜਿਹੜੇ ਹੈਗਾ ਪਰਿਵਰਤਨ ਸੁਝਾ ਸਕਦੇ ਹੋ। ਤਾਂ ਦੇਖੋ ਸਾਰੇ ਬਲਬਾਂ ਅਤੇ ਟਿਊਬਾਂ ਦੀ ਜਗ੍ਹਾ LED ਲਗਾਉਣੇ ਚਾਹੀਦੇ ਹਨ, LED ਬਲਬ, ਠੀਕ ਹੈ ਜੀ। ਘਰਾਂ ਵਿੱਚ ਕੁਦਰਤੀ ਹਵਾ ਅਤੇ ਪ੍ਰਕਾਸ਼ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਖਰੀਦਦਾਰੀ ਕਰਦੇ ਸਮੇਂ ਦੋਸਤੋ ਪਲਾਸਟਿਕ ਤੇ ਲਿਫਾਫਿਆਂ ਦੇ ਸਥਾਨ ਤੇ ਦੋਸਤੋ ਕੱਪੜੇ ਦੇ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਪਾਣੀ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ ਹੈ। ਖਾਣਾ ਬਣਾਉਣ ਲਈ LPG ਜਾਂ ਫਿਰ ਸੂਰਜੀ ਕੁੱਕਰ ਦੀ ਜਿਹੜੀ ਹੈਗੀ ਵਰਤੋਂ ਕਰਨੀ ਚਾਹੀਦੀ ਹੈ। ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ ਹੈ ਕਿ ਸਾਹਮਣੇ ਦਿੱਤੇ ਚਿੱਤਰ ਵਿੱਚ ਦਰਸਾਏ ਪਰਖ ਨਲੀ ਵਿੱਚ ਹੋ ਰਹੇ ਘੋਲਾਂ ਰਸਾਇਣਾਂ ਦੀ ਕਿਰਿਆ ਨੂੰ ਸਮੀਕਰਨਾਂ ਦੇ ਰੂਪ ਵਿੱਚ ਲਿਖੋ। ਠੀਕ, ਘੋਲਾਂ ਦੇ ਰੰਗ ਵਿੱਚ ਕਿਸ ਤਰ੍ਹਾਂ ਪਰਿਵਰਤਨ ਆਂਦਾ ਹੈ, ਮੇਖਾ ਕਿੱਲਾਂ ਦੇ ਰੰਗ ਵਿੱਚ ਕੀ ਪਰਿਵਰਤਨ ਆਂਦਾ ਹੈ, ਠੀਕ ਹੈ ਜੀ। ਤਾਂ ਇਹਦਾ ਆਨਸਰ ਦੋਸਤੋ ਸਾਨੂੰ ਪ੍ਰੋਪਰ ਤਾਂ ਨਹੀਂ ਮਿਲ ਪਾਇਆ, ਬਸ ਇਹੀ ਮਿਲ ਪਾਇਆ ਕਿ ਜਦੋਂ ਲੋਹੇ ਦੀ ਮੇਖ ਨੂੰ ਤਾਂਬੇ ਦੇ ਸਲਫੇਟ ਘੋਲ ਵਿੱਚ ਡੁਬਾਇਆ ਜਾਂਦਾ ਹੈ ਤਾਂ ਉਹਨਾਂ ਵਿਚਕਾਰ ਪ੍ਰਤੀਕਿਰਿਆ ਹੁੰਦੀ ਹੈ ਅਤੇ ਤਾਂਬੇ ਦੇ ਸਲਫੇਟ ਘੋਲ ਇਸ ਦਾ ਰੰਗ ਜਿਹੜਾ ਹੈਗਾ ਨੀਲਾ ਤੋਂ ਹਲਕੇ ਹਰੇ ਵਿੱਚ ਬਦਲਦਾ ਹੈ, ਠੀਕ ਹੈ ਜੀ। ਤਾਂ ਬਸ ਅਸੀਂ ਇੰਨਾ ਹੀ ਲੱਭ ਪਾਏ ਹਾਂ, ਬਾਕੀ ਤੁਸੀਂ ਇਸ ਨੂੰ ਦੇਖ ਲੈਣਾ ਵਾ, ਠੀਕ ਹੈ। ਅਗਰ ਤੁਹਾਨੂੰ ਇਸ ਦਾ ਪ੍ਰੋਪਰ ਲੱਭਦਾ, ਸਾਨੂੰ ਆਹੀ ਲੱਭਿਆ ਸੀਗਾ, ਬਸ ਇੰਨਾ ਕਈ ਅਸੀਂ ਜਿਹੜਾ ਹੈਗਾ ਤੁਹਾਨੂੰ ਦੱਸ ਦਿੱਤਾ। ਉਸ ਤੋਂ ਬਾਅਦ ਦੋਸਤੋ 21ਵਾਂ ਪ੍ਰਸ਼ਨ ਆਪਣਾ ਹੇਠ ਦਿੱਤੇ ਚਿੱਤਰਾਂ ਵਿੱਚ ਦਰਸਾਏ ਗਏ ਯੌਗਿਕ ਦਾ ਨਾਂ ਲਿਖੋ। ਇਸ ਵਿੱਚ ਕਿੰਨੇ ਇੱਕ ਹਰੇ ਸਹਿ ਸੰਯੋਜੀ ਜਿਹੜੇ ਹੈਗੇ ਆਪਣੇ ਸਹਿ ਸੰਯੋਜੀ ਬੰਧ ਹਨ। ਇਹ ਯੌਗਿਕ ਕਾਰਬਨਿਕ ਯੌਗਿਕਤਾ ਦਾ ਕਿਸ ਲੜੀ ਦਾ ਹੈ, ਠੀਕ ਹੈ। ਡਾਇਗਰਾਮ ਦੇਖ ਲਿਆ ਹੋਣਾ ਤੁਸੀਂ। ਇਹ ਦੇਖੋ ਆਹੀ ਸੇਮ ਪ੍ਰਸ਼ਨ ਜਿਹੜਾ ਹੈਗਾ ਸੀ ਤੁਹਾਡਾ ਲੱਭਿਆ ਹੋਇਆ ਹੈ। ਹੇਠ ਦਿੱਤੇ ਚਿੱਤਰ ਨੂੰ ਦਰਸਾਏ ਯੌਗਿਕ ਦਾ ਨਾਂ ਲਿਖੋ, ਠੀਕ ਹੈ ਜੀ। ਸਹਿ ਸੰਯੋਜੀ ਬੰਧ, ਠੀਕ ਹੈ ਜੀ। ਤੇ ਆਪਣਾ ਯੌਗਿਕ ਕਾਰਬਨਿਕ ਯੌਗਿਕਤਾ ਕਿਸ ਲੜੀ ਦਾ ਹੈ, ਠੀਕ ਹੈ ਜੀ। ਤਾਂ ਦੇਖ ਲਓ ਆਹੀ ਤੁਹਾਡਾ ਪ੍ਰਸ਼ਨ ਸੀਗਾ, ਠੀਕ ਹੈ। ਬਿਲਕੁਲ ਉੱਤਰ ਦਾ ਹੈ ਦੋਸਤੋ। ਦੇਖੋ ਕੀ ਹੈ ਯੌਗਿਕ ਦਾ ਨਾਂ ਕੀ ਹੈ ਦੋਸਤੋ, ਏਥੇਨ, ਠੀਕ ਹੈ ਜੀ। ਏਥੇਨ ਵਿੱਚ 4 ਇੱਕ ਹਰੇ ਜਿਹੜੇ ਹੈਗੇ ਸਹਿ ਸੰਯੋਜੀ ਬੰਧ ਹੁੰਦੇ ਹਨ। ਇਸ ਦੇ ਕਾਰਬਨ ਪਰਮਾਣੂਆਂ ਵਿਚਕਾਰ ਦੋਹਰਾ ਬੰਧ ਹੋਣ ਕਰਕੇ ਜਿਹੜਾ ਹੈਗਾ ਦੋਸਤੋ ਕੀ ਹੈ, ਹਾਂਜੀ, ਅਸੰਤ੍ਰਿਪਤ ਕਾਰਬਨ ਲੜੀ ਦਾ ਯੌਗਿਕ ਹੈ। ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਦਾ ਆਨਸਰ ਲਿਖ ਦੇਣਾ ਵਾ, ਇਹ ਤੁਹਾਡਾ ਆਨਸਰ ਹੋ ਗਿਆ। ਤੇ ਹੁਣ ਦੋਸਤੋ ਇਹਦੇ ਨਾਲ ਹੀ ਪ੍ਰਸ਼ਨ ਆਪਣਾ ਆਕਸੀ ਸਾਖ ਕਿਰਿਆ ਅਤੇ ਅਣਆਕਸੀ ਸਾਖ ਕਿਰਿਆ ਵਿੱਚ 3 ਅੰਤਰ ਲਿਖੋ। 3 ਅੰਤਰ ਪੁੱਛਿਆ ਕਿਹਾ ਵਾ, ਆਪਾਂ ਚਲੋ ਦੇਖਦੇ ਹਾਂ ਦੋਸਤੋ। ਦੇਖੋ ਆਕਸੀ ਸਾਖ ਕਿਰਿਆ ਕੀ ਹੈ, ਇਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ। ਇਹ ਕਿਰਿਆ ਦੋਸਤੋ ਆਕਸੀਜਨ ਦੀ ਜਿਹੜੀ ਹੈਗੀ ਗੈਰ ਮੌਜੂਦਗੀ ਵਿੱਚ ਹੁੰਦੀ ਹੈ। ਦੂਸਰਾ ਪੁਆਇੰਟ, ਇਹ ਕਿਰਿਆ ਦੋਸਤੋ ਸੈੱਲਾਂ ਦੇ ਜੀਵ ਅਤੇ ਜਿਹੜਾ ਹੈਗਾ ਵਾ ਮਾਈਟੋਕਾਂਡਰੀਆ ਦੋਵਾਂ ਵਿੱਚ ਜਿਹੜਾ ਹੈਗਾ ਪੂਰਨ ਹੁੰਦੀ ਹੈ। ਇਹ ਕਿਰਿਆ ਸਿਰਫ ਦੋਸਤੋ ਜੀਵ ਵਿੱਚ ਹੀ ਪੂਰੀ ਹੁੰਦੀ ਹੈ। ਤੀਸਰਾ ਪੁਆਇੰਟ, ਇਸ ਕਿਰਿਆ ਵਿੱਚ ਦੋਸਤੋ ਜਿਹੜਾ ਹੈਗਾ ਗਲੂਕੋਜ਼ ਦੀ ਪੂਰੀ ਤਰ੍ਹਾਂ ਜਿਹੜਾ ਆਕਸੀਕਰਨ ਹੁੰਦਾ ਹੈ। ਇਸ ਕਿਰਿਆ ਵਿੱਚ ਦੋਸਤੋ ਗਲੂਕੋਜ਼ ਦਾ ਅਪੂਰਨ ਆਕਸੀਕਰਨ ਹੁੰਦਾ ਹੈ। ਇਸ ਵਿੱਚ ਦੋਸਤੋ ਜਿਹੜਾ ਹੈਗਾ ਕਿਰਿਆ ਵਿੱਚ CO2 ਅਤੇ ਪਾਣੀ ਬਣਦਾ ਹੈ। ਇਸ ਕਿਰਿਆ ਵਿੱਚ ਦੋਸਤੋ ਜਿਹੜਾ ਹੈਗਾ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਬਣਦੀ ਹੈ। ਪੰਜਵਾਂ ਪੁਆਇੰਟ ਦੋਸਤੋ, ਇਸ ਕਿਰਿਆ ਵਿੱਚ ਗਲੂਕੋਜ਼ ਦੇ ਇੱਕ ਅਣੂ ਵਿੱਚ 38 ATP ਅਣੂ ਮੁਕਤ ਹੁੰਦੇ ਹਨ। ਇਸ ਕਿਰਿਆ ਵਿੱਚ ਦੋਸਤੋ ਗਲੂਕੋਜ਼ ਦੇ ਇੱਕ ਅਣੂ ਵਿੱਚ 2 ATP ਅਣੂ ਮੁਕਤ ਹੁੰਦੇ ਹਨ। ਗਲੂਕੋਜ਼ ਦੇ ਜਿਹੜੇ ਹੈਗੇ ਦੋਸਤੋ ਕੀ ਹੈ, ਹਾਂਜੀ, ਗਲੂਕੋਜ਼ ਦੇ ਇੱਕ ਅਣੂ ਦੇ ਅਧੂਰੇ ਆਕਸੀਕਰਨ ਨਾਲ 21 ਕਿਲੋ ਕੈਲੋਰੀ ਊਰਜਾ ਪ੍ਰਾਪਤ ਮੁਕਤ ਹੁੰਦੀ ਹੈ। ਗਲੂਕੋਜ਼ ਦੇ ਇੱਕ ਅਣੂ ਦੇ ਪੂਰੀ ਤਰ੍ਹਾਂ ਜਿਹੜਾ ਆਕਸੀਕਰਨ ਤੋਂ 673 ਕਿਲੋ ਕੈਲੋਰੀ ਊਰਜਾ ਜਿਹੜੀ ਹੈ ਮੁਕਤ ਹੁੰਦੀ ਹੈ। ਤਾਂ ਤੁਸੀਂ ਇਸ ਪ੍ਰਕਾਰ ਇਸ ਦਾ ਆਨਸਰ ਲਿਖ ਦੇਣਾ ਵਾ, ਠੀਕ ਹੈ ਜੀ। 3 ਪੁੱਛਿਆ ਸੀਗਾ, ਆਪਾਂ 5-6 ਕਰ ਲਏ ਹਨ, ਠੀਕ ਹੈ। ਅੱਗੇ ਦੋਸਤੋ ਆਪਣਾ ਪਥਰਾਤ ਕੀ ਹਨ, ਇਹ ਜੀਵ ਵਿਕਾਸ ਦੀ ਪ੍ਰਕਿਰਿਆ ਵਿੱਚ ਕੀ ਦਰਸਾਉਂਦੇ ਹਨ, ਠੀਕ ਹੈ ਜੀ। ਤਾਂ ਦੇਖੋ ਆਹੀ ਤੁਹਾਡਾ ਪ੍ਰਸ਼ਨ ਆ, ਪਥਰਾਤ ਕੀ ਹਨ, ਠੀਕ ਹੈ। ਜੀਵ ਵਿਕਾਸ ਤਾਂ ਦੇਖੋ ਕੀ ਹੈ, ਪਥਰਾਟ ਯਾਨੀ ਕਿ ਫੋਸਿਲ ਜੀਵਾਂ ਦੇ ਜਿਹੜੇ ਹੈਗੇ ਆ ਚੱਟਾਨਾਂ ਵਿੱਚ ਦਬੇ ਅਵਸ਼ੇਸ਼ਾਂ ਨੂੰ ਪਥਰਾਟ ਕਹਿੰਦੇ ਹਨ। ਕਈ ਯੁੱਗ ਪਹਿਲਾਂ ਜਿਹੜੇ ਜੀਵਾਂ ਦਾ ਅਪਘਟਨ ਨਹੀਂ ਹੋ ਸਕਿਆ ਸੀਗਾ, ਉਹ ਮਿੱਟੀ ਵਿੱਚ ਮਿਲ ਗਏ ਸਨ। ਉਹਨਾਂ ਦੇ ਸਰੀਰ ਦੀ ਛਾਪ ਗਿੱਲੀ ਮਿੱਟੀ ਤੇ ਰਹਿ ਗਈ ਸੀ ਅਤੇ ਉਹ ਮਿੱਟੀ ਬਾਅਦ ਵਿੱਚ ਚੱਟਾਨ ਵਿੱਚ ਬਦਲ ਗਈ ਸੀ। ਪਥਰਾਟ ਪੌਦਿਆਂ ਜਾਂ ਫਿਰ ਜੰਤੂਆਂ ਦਾ ਅਵਸ਼ੇਸ਼ ਹਨ, ਠੀਕ ਹੈ ਜੀ। ਤੇ ਅੱਗੇ ਦੋਸਤੋ ਇਹਨਾਂ ਨੇ ਲਿਖਿਆ ਹੋਇਆ ਪਥਰਾਟ ਤੋਂ ਪ੍ਰਾਪਤ ਜੀਵ ਵਿਕਾਸ ਦੀ ਪ੍ਰਕਿਰਿਆ ਦੀਆਂ ਜਾਣਕਾਰੀਆਂ, ਜੋ ਕਿ ਪੁੱਛਿਆ ਹੋਇਆ ਸੀਗਾ। ਦੇਖੋ ਅੱਜ ਮਿਲਣ ਵਾਲੇ ਜੀਵ ਜੰਤੂਆਂ ਤੋਂ ਪੁਰਾਤਨ ਕਾਲ ਵਿੱਚ ਮਿਲਣ ਵਾਲੇ ਜੀਵ ਜੰਤੂ ਬਹੁਤ ਵੱਖ ਸਨ। ਪੰਛੀਆਂ ਦਾ ਵਿਕਾਸ ਰਿੰਗਣ ਵਾਲੇ ਜੀਵਾਂ ਤੋਂ ਹੋਇਆ ਹੈ, ਠੀਕ ਹੈ ਜੀ। ਅੱਗੇ ਦੋਸਤੋ ਆਪਣਾ ਕੀ ਲਿਖਿਆ, ਟੈਰੀਡੋਫਾਈਟ ਅਤੇ ਜਿਹੜਾ ਹੈਗਾ ਦੋਸਤੋ ਆਪਣਾ ਜਿਮਨੋਸਪਰਮ ਤੋਂ ਜਿਹੜਾ ਹੈਗਾ ਐਂਜੀਓਸਪਰਮ ਵਿਕਸਿਤ ਹੋਏ। ਸਰਲ ਜੀਵਾਂ ਤੋਂ ਹੀ ਜਟਿਲ ਜੀਵਾਂ ਦਾ ਵਿਕਾਸ ਹੋਇਆ। ਵੱਖ-ਵੱਖ ਪੌਦਿਆਂ ਅਤੇ ਜੰਤੂਆਂ ਦੇ ਵਰਗਾਂ ਦੇ ਵਿਕਾਸਕ੍ਰਮ ਦਾ ਪਤਾ ਚੱਲਦਾ ਹੈ। ਮਨੁੱਖੀ ਵਿਕਾਸ ਦੀ ਪ੍ਰਕਿਰਿਆ ਦਾ ਪਤਾ ਚੱਲਦਾ ਹੈ। ਤਾਂ ਇਹ ਤੁਹਾਡਾ ਇਹ ਆਨਸਰ
हो जाएगा। उस तो बाद दोस्तों अपना प्रश्न दिता होया वा हेठ दिते चित्र विच किहड़ा दर्पण दर्शाया है, ठीक है। दर्पण की तुलना विच वस्तु कित्थे रखा गया है, प्रतिबिंब के लक्षण लिखो। आह तुहाडी डायग्राम दी हुई है। तो चलो देखते हैं आंसर दोस्तों, असीं यह भी लभ लिया है। आ देखो सेम डायग्राम सेम प्रश्न। तो उत्तर दोस्तों की लिखना वा इहदा कि चित्र विच दोस्तों अपतल दर्पण दर्शाया गया है। वस्तु की दूरी दर्पण की तुलना विच वक्ता केंद्र सी तो परे रखा गया है, इसलिए दोस्तों वस्तु ए बी तो बनया प्रतिबिंब वास्तविक उल्टा और वस्तु के आकार तो छोटा है। तो यह तुहाडा आंसर हो जाएगा। अगे है दोस्तों अपना प्रश्न, आसमान का रंग नीला क्यों दिखाई दिंदा है। तो आंसर देखो दोस्तों, आसमान का जिहड़ा हैगा रंग नीला क्यों दिखाई दिंदा है, क्योंकि दोस्तों जो सूरज का सफेद प्रकाश धरती के वातावरण में गुजरता है तो प्रकाश का जिहड़ा हैगा वातावरण छोटे छोटे जिहड़े हैगे अणुओं द्वारा आपसी क्रिया होने करके उसके विभिन्न रंगों में जिहड़ा हैगा दोस्तों खिंडराव हुंदा है, ठीक है जी। कैले नियम अनुसार दोस्तों जिहड़ा हैगा प्रकाश के खिंडराव की तीव्रता जिवें कि आह फार्मूला वा, ठीक है, जिथे ये प्रकाश की तरंग लंबाई है, ठीक है, क्योंकि नीले रंग की तरंग लंबाई नाल हाँ जी लंबाई लाल रंग की तरंग लंबाई की तुलना विच बहुत ही जिहड़ी घट है, इसलिए हवा के अणुओं द्वारा नीले रंग के प्रकाश का जिहड़ा है खिंडराव लाल रंग के प्रकाश के मुकाबले वध हुंदा है, इसलिए आसमान का रंग नीला दिखाई दिंदा है। तो तुहाडा यह आंसर हो जाएगा। अगला दोस्तों प्रश्न पूछा है तुहानूं, हाँ जी, यह हो गया भाग सस्से दे विचों फुੱਲ की लंबात्मक काट का अंकित चित्र बना के फुੱਲ के ਵੱਖ-ਵੱਖ भागों का जिहड़ा हैगा वा वर्णन करो। तो दोस्तों चलो देखते हैं। आ देखो आही तुहाडा सेम प्रश्न आ, ठीक है, सेम आंसर देखो दोस्तों की है, फुੱਲ फुੱਲਦਾਰ पौधों यानी कि दोस्तों विच फुੱਲ लिंगी जनन दी विच सहायता करता है। फुੱਲਾਂ की सहायता नाल दोस्तों बीज जिहड़े हैगे बीज बनते हैं। फुੱਲ विच दोस्तों जिहड़ा हैगा आधारी भाग हुंदा है, जिस उपर दोस्तों फुੱਲ के सारे भाग लगे हुंदे हैं। इस नूं जिहड़ा हैगा वा फुੱਲ आसन यानी कि कहते हैं। फुੱਲ के मुख रूप विच दोस्तों 4 भाग हुंदे हैं, ठीक है। तो तुसीं आह डायग्राम नूं देख लो चंगी तरह, आ भी तुसीं बनाउणी आ फुੱਲ के भाग ने, ठीक है जी, चित्र दे विच। तो दोस्तों देखो की है, सब तो पहला बाहरी दल पुंज ਜਾਂ फिर दोस्तों हरी पत्तियां। यह फुੱਲ ਦਾ सब तो दोस्तों ਜਿਹੜਾ ਹੈਗਾ ਬਾਹਰੀ ਭਾਗ ਹੁੰਦਾ ਹੈ। ਇਹ ਹਰੇ ਪੱਤਿਆਂ ਦੇ ਰੂਪ ਵਿੱਚ ਦੋਸਤੋ ਹੁੰਦਾ ਹੈ, ਜਿਨ੍ਹਾਂ ਨੂੰ ਦੋਸਤੋ ਬਾਹਰੀ ਦਲ ਕਹਿੰਦੇ ਹਨ। ਇਹ ਕਲੀ ਦੀ ਅਵਸਥਾ ਵਿੱਚ ਦੋਸਤੋ फुੱਲ ਦੀ ਰੱਖਿਆ ਕਰਦਾ ਹੈ। ਅੱਗੇ ਦੋਸਤੋ ਆਪਣਾ ਦਲ ਪੁੰਜ ਜਾਂ ਫਿਰ ਦੋਸਤੋ ਰੰਗਦਾਰ ਪੱਤਿਆਂ ਤਾਂ ਬਾਹਰੀ ਦਲ ਪੁੰਜ ਦੇ ਅੰਦਰਲੇ ਭਾਗ ਨੂੰ ਦਲ ਪੁੰਜ ਕਹਿੰਦੇ ਹਨ, ਠੀਕ ਹੈ ਜੀ। ਤੇ ਹਰ ਅੰਗ ਜਿਹੜਾ ਹੈਗਾ ਵਾ ਪੰਖੁੜੀ ਦਾ ਜਾਂ ਪੰਖੁੜੀ ਜਾਂ ਫਿਰ ਦੋਸਤੋ ਦਲ ਕਹਾਉਂਦਾ ਹੈ। ਇਸ ਦਾ ਰੰਗ ਵੱਖ-ਵੱਖ ਫੁੱਲਾਂ ਵਿੱਚ ਵੱਖ-ਵੱਖ ਹੁੰਦਾ ਹੈ। ਇਹਨਾਂ ਦਾ ਕਾਰਜ ਕੀਟਾਂ हाँ जी कार्य किटां नूं जिहड़ा हैगा अक्सीकृत करके परागण विच सहायता करना है। अगे दोस्तों अपना पुंकेसर, ठीक है जी। तो देखो ये फुੱਲਾਂ ਦਾ ਜਿਹੜਾ ਹੈਗਾ ਬਾਹਰੋਂ तीसरा भाग है, इस दे हर अंग नूं जिहड़ा हैगा पुंकेसर कहते हैं, ठीक है। पुंकेसर दे मुख्य 2 भाग हुंदे हन, ठीक है जी, परागकोश अते जिहड़ा हैगा वा पगडंदी, ठीक है जी। परागकोशी योजी द्वारा जिहड़ा हैगा वा परागकोश नाल जुड़िया हुंदा है। परागकोश दे अंदर दोस्तों परागण हाँ जी पराग कण हुंदे हन। ਇਹ ਦੋਸਤੋ ਨਿਸ਼ਚੇਨ ਦੇ ਬਾਅਦ ਬੀਜ ਬਣਾਉਂਦੇ ਹਨ। ਅੱਗੇ ਦੋਸਤੋ ਆਪਣਾ ਇਸਤਰੀ ਕੇਸਰ, ਠੀਕ ਹੈ ਜੀ। ਤਾਂ ਇਹ ਫੁੱਲਾਂ ਦਾ ਜਿਹੜਾ ਹੈਗਾ ਵਾ ਮਾਦਾ ਭਾਗ ਹੁੰਦਾ ਹੈ। ਇਸ ਦੇ ਹਰ ਅੰਗ ਨੂੰ ਇਸਤਰੀ ਕੇਸਰ ਕਹਿੰਦੇ ਹਨ। ਇਸ ਦੇ 3 ਭਾਗ ਹੁੰਦੇ ਹਨ, ਸਟਿਗਮਾ, ਸਟਾਈਲ, ਅੰਡਕੋਸ਼ ਦੇ ਜਿਹੜਾ ਹੈਗਾ ਦੋਸਤੋ ਅੰਦਰ ਬੀਜ ਬੀਜ ਅੰਡ ਹੁੰਦੇ ਹਨ, ਠੀਕ ਹੈ। ਤਾਂ ਤੁਹਾਡਾ ਇਹ ਆਨਸਰ हो जाएगा। उस तो नाल ही दोस्तों अपना प्रश्न पूछा है कि किशोर अवस्था दौरान लड़कियां द्वारा या कुड़ियां विच जिहड़ा हैगा वा किहड़े परिवर्तन आंदे हन। तो दोस्तों इहदा आंसर तुसीं ਇਹ लिखना वा, जिहड़ा मैं प्रश्न तुहानूं दिखा रहा वा, यानी कि प्यूबरिटी समय लड़कियां विच किहड़े परिवर्तन दिखाई दिंदे हन। ते आह तुसीं आंसर लिखना वा। तो देखो इहदा आंसर की है, ਇਹ ਪੁੱਛ ਲੈਣ ਇਹ ਪ੍ਰਸ਼ਨ ਆ ਜਾਵੇ, ਚਾਹੇ ਜਿਹੜਾ ਤੁਹਾਨੂੰ ਮੈਂ ਕੁਐਸਚਨ ਪੇਪਰ ਦੇ ਵਿੱਚ ਦਿਖਾਇਆ ਪ੍ਰਸ਼ਨ ਉਹ ਆ ਜਾਵੇ, ਤੁਸੀਂ ਆਹੀ ਆਂਸਰ ਲਿਖਣਾ ਵਾ। ਦੇਖੋ ਕਿ ਸਰੀਰ ਵਿੱਚ ਕੁਝ ਨਵੇਂ ਭਾਗ ਜਿਵੇਂ ਕਿ ਬਾਹਾਂ ਦੇ ਅੰਦਰਲੇ ਜੋੜ ਜਨਨ ਅੰਗਾਂ ਦੇ ਖੇਤਰ ਵਿੱਚ ਦੋਸਤੋ ਬਾਲਾਂ ਦੇ ਗੁੱਛੇ ਨਿਕਲ ਆਉਂਦੇ ਹਨ। ਹੱਥਾਂ ਪੈਰਾਂ ਤੇ ਜਿਹੜਾ ਹੈਗਾ ਵਾ ਮਹੀਨ ਸੁਰਾਖ ਜਾਂ ਫਿਰ ਰੋਮ ਆ ਜਾਂਦੇ ਹਨ। ਚਮੜੀ ਤੇਲ ਯੁਕਤ ਹੋ ਜਾਂਦੀ ਹੈ। ਕਦੇ ਕਦੇ ਮੂੰਹ ਤੇ ਕਿੱਲ ਨਿਕਲਣ ਲੱਗਦੇ ਹਨ। ਛਾਤੀਆਂ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ। ਛਾਤੀ ਦੇ ਅੰਦਰਲੇ ਸਿਰੇ ਤੇ ਨਿਪਲ ਅਤੇ ਉਸਦੇ ਜਿਹੜੇ ਆਸ-ਪਾਸ ਦੀ ਚਮੜੀ ਦਾ ਜਿਹੜਾ ਹੈਗਾ ਵਾ ਰੰਗ ਗੂੜਾ ਹੋਣ ਲੱਗਦਾ ਹੈ, ਠੀਕ ਹੈ ਜੀ। ਮਾਹਵਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ ਜੀ। ਅੰਡਕੋਸ਼ ਵਿੱਚ ਦੋਸਤੋ ਅੰਡੇ ਤਿਆਰ ਹੋਣੇ ਲੱਗਦੇ ਹਨ। ਆਵਾਜ਼ ਸੁਰੀਲੀ ਹੋ ਜਾਂਦੀ ਹੈ ਤੇ ਉਲਟ ਲਿੰਗ ਪ੍ਰਤੀ ਦੋਸਤੋ ਖਿੱਚ ਹੋਣ ਲੱਗਦੀ ਹੈ। ਤਾਂ ਤੁਹਾਡਾ ਆਨਸਰ ਇਹ हो जाएगा। अगे है दोस्तों अपना प्रश्न, ओम का नियम लिखो। इस नूं जिहड़ा हैगा प्रयोगशाला विच प्रयोगात्मक तौर पर दोस्तों सिद्ध करने लई सर्किट चित्र बनाओ, ठीक है जी। तो दोस्तों चलो देखते हैं। तुहाडा ये देखो आही तुहाडा प्रश्न सीगा, सेम प्रश्न आ। आंसर तुसीं आह देखो, सब तो पहला डायग्राम देख लो दोस्तों ओम का नियम का, ठीक है जी। तो देखो ओम का नियम की है दोस्तों, देखो ओम के नियम अनुसार किसी चालक के सिरिਆਂ ਦੇ ਵਿੱਚ ਜਿਹੜਾ ਹੈਗਾ पोटेंशियल हाँ जी पोटेंशियल आह दोस्तों की लिखा है दोस्तों पोटेंशियल एरे रे कुछ लिखा होना, ठीक है जी। उस विच दोस्तों जिहड़ा हैगा प्रभावित हो रही करंट की मात्रा एक का अनुपात सदा स्थिर रहिंदा है, शर्त चालक दियां भौतिक हालतां तापमान ਅਤੇ दबाव आदि ना बदलन, ठीक है जी। ਜਾਂ फिर दोस्तों ਇਹਦਾ ਫਾਰਮੂਲਾ है दिता होया, तुसीं देख सकते हो।
ਇਸ ਸਥਿਰ ਆਰ ਨੂੰ ਚਾਲਕ ਦਾ ਪ੍ਰਤੀਰੋਧ ਕਿਹਾ ਜਾਂਦਾ ਹੈ। ਓਮ ਦੇ ਨਿਯਮ ਦੀ ਪੁਸ਼ਟੀ ਦਿੱਤੇ ਗਏ ਚਾਲਕ ਪੀ ਕਿਊ ਨੂੰ ਜਿਹੜਾ ਹੈਗਾ ਬੈਟਰੀ ਬੀ ਇੱਕ ਕਰੰਟ ਨਿਯੰਤਰਕ ਆਰ ਐਚ ਇੱਕ ਐਮੀਮੀਟਰ ਏ ਅਤੇ ਜਿਹੜਾ ਹੈਗਾ ਇੱਕ ਕੁੰਜੀ ਕੇ ਨੂੰ ਦਿੱਤੇ ਗਏ ਸਰਕਟ ਵਿੱਚ ਜੋੜੇ ਚਾਲਕ ਪੀ ਕਿਊ ਦੇ ਸਿਰਿਆਂ ਦੇ ਵਿਚਕਾਰ ਵੋਲਟਮੀਟਰ ਵੀ ਲਗਾਓ, ਜਿਵੇਂ ਕਿ ਦੋਸਤੋ ਚਿੱਤਰ ਵਿੱਚ ਵਿਖਾਇਆ ਗਿਆ ਹੈ। ਠੀਕ ਹੈ, ਤੁਸੀਂ ਆਹ ਚਿੱਤਰ ਦੇਖ ਸਕਦੇ ਹੋ। ਠੀਕ ਹੈ ਤੇ ਉਸ ਤੋਂ ਬਾਅਦ ਦੋਸਤੋ ਆਪਣਾ ਅੱਗੇ ਇਹਨਾਂ ਨੇ ਕੀ ਲਿਖਿਆ ਹੋਇਆ ਵਾ ਚਿੱਤਰ ਵਿੱਚ ਜਿਹੜਾ ਹੈਗਾ ਦਿਖਾਇਆ ਗਿਆ ਹੈ। ਹੁਣ ਕੁੰਜੀ ਵਿੱਚ ਦੋਸਤੋ ਪਲੱਗ ਲਗਾ ਕੇ ਚਾਲਕ ਪੀ ਕਿਊ ਵਿੱਚ ਜਿਹੜਾ ਹੈਗਾ ਪ੍ਰਵਾਹਿਤ ਹੋ ਰਹੇ ਕਰੰਟ ਦੀ ਜਿਹੜੀ ਹੈਗੀ ਆ ਪੜਤ ਐਮੀਮੀਟਰ ਵਿੱਚ ਅਤੇ ਚਾਲਕ ਕਰੋ। ਠੀਕ ਹੈ, ਦੇ ਸਿਰਿਆਂ ਵਿਚਕਾਰ ਦੋਸਤੋ ਜਿਹੜਾ ਹੈਗਾ ਪੋਟੈਂਸ਼ੀਅਲ ਅੰਤਰ 20 ਵੋਲਟਮੀਟਰ ਵਿੱਚ ਨੋਟ ਕਰੋ। ਹੁਣ B ਅਤੇ I ਦੇ ਅਨੁਪਾਤ ਪਤਾ ਕਰੋ। ਠੀਕ ਹੈ ਜੀ, ਤੇ ਹੁਣ ਦੋਸਤੋ ਜਿਹੜਾ ਹੈਗਾ ਵਾ ਇਹਨਾਂ ਨੇ ਅੱਗੇ ਵੀ ਹੋਰ ਦੱਸਿਆ ਹੋਇਆ ਵਾ। ਹੁਣ ਨਿਯੰਤਰਣ ਦੀ ਸਹਾਇਤਾ ਨਾਲ ਦੋਸਤੋ ਸਰਕਟ ਵਿੱਚ ਕਰੰਟ ਦਾ ਮੁੱਲ ਜਿਹੜਾ ਹੈਗਾ ਬਦਲੇ ਅਤੇ ਵੋਲਟਮੀਟਰ ਅਤੇ ਜਿਹੜਾ ਹੈਗਾ ਐਮੀਮੀਟਰ ਦੀ ਜਿਹੜੀ ਹੈਗੀ ਨਵੀਂ ਪੜਤ ਨੋਟ ਕਰੋ। ਫਿਰ ਦੋਸਤੋ ਜਿਹੜਾ ਹੈਗਾ ਪੋਟੈਂਸ਼ੀਅਲ ਅੰਤਰ ਦੇ ਧਾਰਾ ਦੇ ਅਨੁਪਾਤ ਦੋਸਤੋ B/A I/1 ਠੀਕ ਹੈ ਜੀ B1/I1 ਦਾ ਮੁੱਲ ਜਿਹੜਾ ਹੈਗਾ ਪਤਾ ਕਰੋ। ਕਰੰਟ ਨਿਯੰਤਰਕ ਦੇ ਸੰਪਰਕ ਦੀ ਸਥਿਤੀ ਬਦਲ ਕੇ ਦੋਸਤੋ ਜਿਹੜਾ ਹੈਗਾ ਵਾ ਨੂੰ ਜਿਹੜਾ ਹੈਗਾ ਦੁਹਰਾਓ। ਠੀਕ ਹੈ ਜੀ, ਤੇ ਮੰਨ ਲਓ ਇਸ ਵਾਰ ਜਿਹੜਾ ਹੈਗਾ ਐਮੀਮੀਟਰ ਦੀ ਜਿਹੜੀ ਪੜਤ I2 ਅਤੇ ਵੋਲਟਮੀਟਰ ਦੀ ਪੜਤ ਦੋਸਤੋ ਜਿਹੜੀ ਹੈਗੀ ਆ B2 ਹੈ। ਹੁਣ ਫਿਰ ਦੋਸਤੋ B2/I2 ਦਾ ਅਨੁਪਾਤ ਕੱਢੋ। ਤੁਸੀਂ ਜਿਹੜਾ ਹੈਗਾ ਦੇਖੋਗੇ ਕਿ ਵਾਰ ਜਿਹੜਾ ਹੈਗਾ ਵਾਰ ਟੈਂਸ਼ਨਲ ਠੀਕ ਹੈ ਜੀ ਵਾਰ ਟੈਂਸ਼ਨਲ ਅੰਤਰ ਅਤੇ ਧਾਰਾ ਦਾ ਅਨੁਪਾਤ ਸਥਿਰ ਹੈ, ਜਿਵੇਂ ਕਿ ਅਰਥਾਤ B/A V1 = ਦੋਸਤੋ B/I1 ਠੀਕ ਹੈ ਜੀ = ਦੋਸਤੋ B2/I2 R ਸਥਿਰ ਅੰਕ। ਤਾਂ ਇਹ ਸਥਿਰ ਅੰਕ ਨੂੰ ਪ੍ਰਤੀਰੋਧ ਕਿਹਾ ਜਾਂਦਾ ਹੈ। ਇਸ ਤਰ੍ਹਾਂ ਓਮ ਦੇ ਨਿਯਮ ਦੀ ਪੁਸ਼ਟੀ ਹੋ ਜਾਂਦੀ ਹੈ। ਹੁਣ ਚਾਲਕ ਪੀ ਕਿਊ ਦੇ ਜਿਹੜੇ ਹੈਗੇ ਆ ਟੈਂਸਲ ਅੰਤਰ ਦੇ ਵੱਖ-ਵੱਖ ਮੁੱਲਾਂ ਅਤੇ ਇਸ ਦੇ ਅਨੁਸਾਰ ਦੋਸਤੋ ਕਰੰਟ ਵੱਖ-ਵੱਖ ਮਾਨ ਦੇ ਵਿਚਾਲੇ ਗ੍ਰਾਫ ਖਿੱਚੋ, ਜਿਵੇਂ ਕਿ ਤੁਹਾਡਾ ਇਹ ਗ੍ਰਾਫ ਦਿੱਤਾ ਹੋਇਆ ਵਾ, ਤੁਸੀਂ ਇਹ ਵੀ ਬਣਾ ਦੇਣਾ ਵਾ, ਜਿਵੇਂ ਕਿ ਦੇਖੋ ਕਰੰਟ ਅਤੇ ਪੋਟੈਂਸ਼ੀਅਲ ਅੰਤਰ ਵਿਚਕਾਰ ਗ੍ਰਾਫ। ਤਾਂ ਦੇਖੋ ਗ੍ਰਾਫ ਇੱਕ ਸਿੱਧੀ ਰੇਖਾ ਹੈ। ਠੀਕ ਹੈ ਜੀ, ਇਹ ਓਮ ਦੇ ਨਿਯਮ ਦੀ ਪੁਸ਼ਟੀ ਕਰਦਾ ਹੈ। ਠੀਕ ਹੈ ਜੀ, ਜਿਵੇਂ ਕਿ ਦੋਸਤੋ ਚਿੱਤਰ ਵਿੱਚ ਜਿਹੜਾ ਹੈਗਾ ਵਾ ਦਿਖਾਇਆ ਗਿਆ ਹੈ। ਗ੍ਰਾਫ ਤੋਂ ਪਤਾ ਲੱਗਦਾ ਹੈ ਕਿ ਜਿਵੇਂ ਜਿਵੇਂ ਚਾਲਕ ਵਿੱਚ ਟੈਂਸ਼ਲ ਅੰਤਰ ਵੱਧਦਾ ਹੈ ਕਰੰਟ ਵਿੱਚ ਦੋਸਤੋ ਰੇਖੀ ਜਿਹੜਾ ਹੈਗਾ ਵਾਧਾ ਹੁੰਦਾ ਹੈ, ਜੋ ਕਿ ਓਮ ਦਾ ਨਿਯਮ ਹੈ। ਤਾਂ ਦੋਸਤੋ ਤੁਹਾਡਾ ਇਹ ਪੂਰਾ ਦਾ ਪੂਰਾ ਆਨਸਰ ਇਹ ਹੋ ਗਿਆ। ਤੇ ਹੁਣ ਦੋਸਤੋ ਚਲੋ ਅਗਲਾ ਪ੍ਰਸ਼ਨ ਦੇਖਦੇ ਹਾਂ। ਅਗਲੇ ਪ੍ਰਸ਼ਨ ਦਾ ਤੁਹਾਡਾ ਕੀ ਆਨਸਰ ਆਏਗਾ। ਹਾਂਜੀ, ਤੇ ਇਹਦੇ ਨਾਲ ਹੀ ਦੋਸਤੋ ਆਪਸ਼ਨ ਦੇ ਵਿੱਚ ਤੁਹਾਨੂੰ ਪੁੱਛਿਆ ਹੈ ਕਿ ਬਿਜਲੀ ਦੇ ਚਾਲਕ ਕੀ ਹੁੰਦੇ ਹਨ। 2 ਉਦਾਹਰਣ ਦਿਓ। ਘਰੇਲੂ ਬਿਜਲੀ ਸਰਕਟ ਵਿੱਚ ਲੜੀ ਸੰਯੋਜਨ ਦਾ ਉਪਯੋਗ ਕਿਉਂ ਨਹੀਂ ਕੀਤਾ ਜਾਂਦਾ ਹੈ। ਠੀਕ ਹੈ ਜੀ, ਤਾਂ ਚਲੋ ਦੇਖਦੇ ਹਾਂ ਆਨਸਰ ਇਸ ਦਾ ਪ੍ਰਸ਼ਨ ਦਾ। ਤਾਂ ਦੇਖੋ ਦੋਸਤੋ ਆਹੀ ਤੁਹਾਨੂੰ ਪੁੱਛਿਆ ਸੀਗਾ ਨਾ, ਬਿਜਲੀ ਦੇ ਚਾਲਕ ਕੀ ਹੁੰਦੇ ਹਨ, 2 ਉਦਾਹਰਣ ਦਿਓ। ਤਾਂ ਬਿਜਲੀ ਦੇ ਚਾਲਕ ਦੋਸਤੋ ਅਜਿਹੇ ਜਿਹੜੇ ਹੈਗੇ ਪਦਾਰਥ ਜਿਨ੍ਹਾਂ ਵਿੱਚ ਦੋਸਤੋ ਬਿਜਲੀ ਧਾਰਾ ਦਾ ਪ੍ਰਵਾਹ ਜਿਹੜਾ ਹੈਗਾ ਸੌਖਾ ਹੋ ਜਾਂਦਾ ਹੈ। ਬਿਜਲੀ ਦੇ ਚਾਲਕ ਅਖਵਾਉਂਦੇ ਹਨ ਉਹ। ਠੀਕ ਹੈ ਜੀ, ਜਿਵੇਂ ਕਿ ਇਹਦਾ ਉਦਾਹਰਣ ਹਨ ਤਾਂਬਾ, ਐਲੂਮੀਨੀਅਮ, ਤੇਜ਼ਾਬ ਯੁਕਤ ਪਾਣੀ। ਠੀਕ ਹੈ ਜੀ, ਤਾਂ ਤੁਹਾਡਾ ਇਹ ਆਨਸਰ ਹੋ ਗਿਆ। ਉਸ ਤੋਂ ਬਾਅਦ ਦੋਸਤੋ ਤੁਹਾਨੂੰ ਇਹ ਪੁੱਛਿਆ ਸੀਗਾ ਘਰੇਲੂ ਬਿਜਲੀ ਸਰਕਟ ਵਿੱਚ ਲੜੀ। ਠੀਕ ਹੈ ਜੀ, ਤਾਂ ਦੇਖ ਲੈਣਾ ਦੋਸਤੋ ਆਹੀ ਤੁਹਾਡਾ ਪ੍ਰਸ਼ਨ ਆ, ਘਰੇਲੂ ਬਿਜਲੀ ਸਰਕਟ ਵਿੱਚ ਲੜੀ। ਤਾਂ ਇਹ ਤੁਹਾਡਾ ਪ੍ਰਸ਼ਨ ਸੀਗਾ। ਤਾਂ ਇਹਦਾ ਆਨਸਰ ਦੋਸਤੋ ਥੱਲੇ ਇੱਥੇ ਲਿਖਿਆ ਹੋਇਆ ਵਾ। ਤਾਂ ਦੇਖੋ ਕੀ ਹੈ, ਲੜੀ ਕਮ ਸੰਯੋਜਨ ਵਿੱਚ ਜਿਵੇਂ ਜਿਵੇਂ ਹੋਰ ਪ੍ਰਤੀਰੋਧ ਜੁੜਦੇ ਹਨ ਸਰਕਟ ਦਾ ਜਿਹੜਾ ਹੈਗਾ ਕੁੱਲ ਪ੍ਰਤੀਰੋਧ ਵੱਧਦਾ ਜਾਂਦਾ ਹੈ ਅਤੇ ਵੱਖ-ਵੱਖ ਪ੍ਰਤੀਰੋਧਕਾਂ ਦੇ ਸਿਰਿਆਂ ਵਿਚਕਾਰ ਪ੍ਰਾਪਤ ਪੋਟੈਂਸ਼ੀਅਲ ਘਟਦਾ ਜਾਂਦਾ ਹੈ। ਇਸ ਲਈ ਸਰਕਟ ਵਿੱਚ ਧਾਰਾ ਦੀ ਮਾਤਰਾ ਘਟ ਜਾਂਦੀ ਹੈ। ਜੇਕਰ ਘਰਾਂ ਨੂੰ ਪ੍ਰਕਾਸ਼ਿਤ ਕਰਨ ਲਈ ਲੜੀਮ ਜਿਹੜੀ ਹੈਗੀ ਆ ਵਿੱਚ ਵਿਵਸਥਾ ਕਰੀਏ ਤਾਂ ਸਰਕਟ ਵਿੱਚ ਜਿੰਨੇ ਜ਼ਿਆਦਾ ਲੈਂਪ ਸੰਯੋਜਿਤ ਹੋਣਗੇ ਤਾਂ ਉਨਾ ਹੀ ਦੋਸਤੋ ਜਿਹੜਾ ਹੈਗਾ ਉਹਨਾਂ ਦਾ ਪ੍ਰਕਾਸ਼ ਘੱਟ ਜਾਵੇਗਾ। ਇਸ ਤੋਂ ਇਲਾਵਾ ਲੜੀਮ ਵਿਵਸਥਾ ਦੀ ਵਰਤੋਂ ਕਰਨ ਨਾਲ ਸਵਿੱਚ ਆਨ ਕਰਨ ਤੇ ਸਾਰੇ ਬਲਬ ਇੱਕ ਸਮੇਂ ਚਮਕਣਗੇ ਅਤੇ ਸਵਿੱਚ ਆਫ ਕਰਨ ਤੇ ਵੀ ਸਾਰੇ ਬਲਬ ਇਕੱਠੇ ਬੁੱਝ ਜਾਣਗੇ, ਜਦੋਂ ਕਿ ਸਮਾਂਤਰਨ ਵਿਵਸਥਾ ਕਰਨ ਤੇ ਸੁਤੰਤਰਤਾ ਪੂਰਵਕ ਕਿਸੇ ਵੀ ਬਲਬ ਨੂੰ ਜਗਾਇਆ ਜਾਂ ਫਿਰ ਬੁਝਾਇਆ ਜਾ ਸਕਦਾ ਹੈ। ਤਾਂ ਤੁਹਾਡਾ ਇਹ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਹਾਨੂੰ 28ਵਾਂ ਪ੍ਰਸ਼ਨ ਹੈ, ਲਾਸਟ ਪ੍ਰਸ਼ਨ ਹੈ। ਦੇਖੋ ਕੀ ਹੈ, ਧਾਤਾਂ ਤੇ ਜਿਹੜੇ ਹੈਗੇ ਆ ਧਾਤਾਂ ਤੇ 3 ਭੌਤਿਕ ਅਤੇ 2 ਰਸਾਇਣਿਕ ਗੁਣ ਲਿਖੋ। ਠੀਕ ਹੈ ਜੀ, 3 ਭੌਤਿਕ ਤੇ 2 ਰਸਾਇਣਿਕ ਗੁਣ ਲਿਖਣੇ ਆ ਧਾਤਾਂ ਦੇ। ਠੀਕ ਹੈ ਜੀ, ਤਾਂ ਦੇਖੋ ਸਭ ਤੋਂ ਪਹਿਲਾਂ ਦੇਖਦੇ ਆ ਧਾਤਾਂ ਦੇ ਜਿਹੜੇ ਹੈਗੇ ਭੌਤਿਕ ਗੁਣ। ਤਾਂ ਦੇਖੋ ਦੋਸਤੋ ਕੀ ਹੈ, ਧਾਤਵੀ ਲਿਸ਼ਕ ਯਾਨੀ ਕਿ ਚਮਕ। ਠੀਕ ਹੈ, ਸ਼ੁੱਧ ਧਾਤਾਂ ਦੀ ਸਤ੍ਹਾ ਚਮਕਦਾਰ ਹੁੰਦੀ ਹੈ। ਧਾਤਾਂ ਦੇ ਇਸ ਗੁਣ ਨੂੰ ਧਾੜਵੀ ਚਮਕ ਯਾਨੀ ਕਿ ਮੈਟੈਲਿਕ ਲਸਟਰ ਕਹਿੰਦੇ ਹਨ। ਜਿਵੇਂ ਸੋਨੇ ਦੇ ਵਿੱਚ ਪੀਲੇ ਰੰਗ ਦੀ ਚਮਕ, ਕਾਪਰ ਦੀ ਲਾਲ ਭੂਰੇ ਰੰਗ ਦੀ ਚਮਕ ਅਤੇ ਐਲੂਮੀਨੀਅਮ ਦੀ ਚਿੱਟੇ ਰੰਗ ਦੀ ਚਮਕ ਹੁੰਦੀ ਹੈ। ਅੱਗੇ ਦੋਸਤੋ ਕਠੋਰਤਾ ਕੜਾਈ। ਠੀਕ ਹੈ ਜੀ, ਕਰੜਾਈ। ਠੀਕ ਹੈ ਜੀ, ਕਰੜਾਈ। ਅੱਗੇ ਦੋਸਤੋ ਆਮ ਤੌਰ ਤੇ ਦੋਸਤੋ ਜਿਹੜਾ ਹੈਗਾ ਧਾਤਾਂ ਕਠੋਰ ਹੁੰਦੀਆਂ ਹਨ। ਵਿਭਿੰਨ ਧਾਤਾਂ ਦੀ ਕਠੋਰਤਾ ਭਿੰਨ ਹੁੰਦੀ ਹੈ, ਪਰ ਤਾਂਬਾ, ਆਇਰਨ, ਲੋਹਾ, ਐਲੂਮੀਨੀਅਮ ਬਹੁਤ ਕਠੋਰ ਧਾਤਾਂ ਹਨ, ਜਦਕਿ ਦੋਸਤੋ ਸੋਡੀਅਮ, ਪੋਟਾਸ਼ੀਅਮ ਆਦਿ ਨਰਮ ਹਨ। ਅੱਗੇ ਦੋਸਤੋ ਆਪਣਾ ਕੁੱਟੀ ਯੋਗਤਾ, ਜਿਹੜੀਆਂ ਧਾਤਾਂ ਜਿਹੜਾ ਹੈਗਾ ਹਥੌੜੇ ਨਾਲ ਕੁੱਟ ਕੇ ਪਤਲੀ ਚਾਦਰਾਂ ਵਿੱਚ ਪਰਿਵਰਤਿਤ ਕੀਤੀਆਂ ਜਾਂਦੀਆਂ ਹਨ ਤਾਂ ਉਹਨਾਂ ਨੂੰ ਕੁੱਟੀ ਯੋਗ ਧਾਤਾਂ ਕਹਿੰਦੇ ਹਨ। ਧਾਤਾਂ ਦੇ ਇਸ ਗੁਣ ਨੂੰ ਕੁੱਟੀ ਯੋਗਤਾ ਕਿਹਾ ਜਾਂਦਾ ਹੈ। ਸੋਨੇ ਅਤੇ ਚਾਂਦੀ ਸਭ ਤੋਂ ਵੱਧ
ਕੁਟੀਨ ਯੋਗ ਧਾਤਾਂ ਹਨ। ਠੀਕ ਹੈ ਜੀ, ਤਾਂ ਤੁਹਾਡਾ ਇਹ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਹਾਨੂੰ ਪੁੱਛਿਆ ਸੀਗਾ ਰਸਾਇਣਿਕ ਗੁਣ ਪੁੱਛੇ ਸੀਗੇ ਕੋਈ 2। ਠੀਕ ਹੈ ਜੀ, ਤਾਂ ਦੇਖੋ ਧਾਤਾਂ ਤੇ ਜਿਹੜਾ ਹੈਗਾ ਵਾ ਇਲੈਕਟਾ ਗੁਆ ਕੇ ਜਿਹੜਾ ਹੈਗਾ ਧਨਾਤਮਕ ਆਇਨ ਬਣਾਉਂਦੀਆਂ ਹਨ, ਇਸ ਲਈ ਜਿਹੜਾ ਹੈਗਾ ਵਾ ਬਿਜਲਈ ਧਨਾਤਮਕ ਤੱਤ ਹਨ। ਠੀਕ ਹੈ, ਪਹਿਲਾ ਪੁਆਇੰਟ ਦੇਖੋ ਕੀ ਹੈ, ਧਾਤਾਂ ਦੀ ਜਿਹੜੀ ਹੈਗੀ ਆ ਆਕਸੀਜਨ ਨਾਲ ਕਿਰਿਆ। ਠੀਕ ਹੈ ਜੀ, ਤਾਂ ਸਾਰੀਆਂ ਧਾਤਾਂ ਆਕਸੀਜਨ ਨਾਲ ਦੋਸਤੋ ਜਿਹੜਾ ਹੈਗਾ ਵਾ ਸੰਯੋਗ ਕਰਕੇ ਧਾੜਵੀ ਆਕਸਾਈਡ ਬਣਾਉਂਦੀਆਂ ਹਨ। ਇਹਨਾਂ ਆਕਸਾਈਡਾਂ ਦੀ ਪ੍ਰਕਿਰਤੀ ਖਾਰੀ ਹੁੰਦੀ ਹੈ ਕਿਉਂਕਿ ਸਾਰੀਆਂ ਧਾਤਾਂ ਦੀ ਕਿਰਿਆਸ਼ੀਲਤਾ ਭਿੰਨ ਹੁੰਦੀ ਹੈ, ਇਸ ਲਈ ਉਹ ਵੱਖ-ਵੱਖ ਤਾਪਮਾਨ ਤੇ ਆਕਸੀਜਨ ਨਾਲ ਸੰਯੋਗ ਕਰਦੇ ਹਨ। ਠੀਕ ਹੈ ਜੀ, ਤਾਂ ਇਹਦਾ ਇਹ ਪੁਆਇੰਟ ਹੈ। ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਇਹਦੇ ਵਿੱਚ ਹੀ ਇੱਕ ਹੋਰ ਪੁਆਇੰਟ ਦਿੱਤਾ ਹੋਇਆ ਵਾ ਜਿਵੇਂ ਕਿ 2। ਠੀਕ ਹੈ ਜੀ, ਤਾਂ ਤੁਸੀਂ ਇਸ ਨੂੰ ਵੀ ਰੀਡ ਕਰ ਲੈਣਾ ਵਾ ਕਿ ਸਧਾਰਨ ਤਾਪਮਾਨ ਤੇ ਠੀਕ ਹੈ ਜੀ ਤੇ ਆਪਣਾ ਮੈਗਨੀਸ਼ੀਅਮ। ਠੀਕ ਹੈ, ਹਾਂ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ, ਬਸ ਤੁਸੀਂ ਇੰਨਾ ਹੀ ਲਿਖ ਦਿਓ, ਜ਼ਿਆਦਾ ਕੁਛ ਹੀ ਤੁਸੀਂ ਨਹੀਂ ਲਿਖਣਾ ਵਾ। ਠੀਕ ਹੈ, ਹਾਂ ਤੁਸੀਂ ਇਹ ਵਾਲਾ ਪੁਆਇੰਟ ਤੇ ਇਹ ਵਾਲਾ ਪੁਆਇੰਟ ਰੀਡ ਕਰ ਲਓ। ਠੀਕ ਹੈ ਜੀ, ਤਾਂ ਤੁਹਾਡਾ ਇਹ ਆਨਸਰ ਹੋ ਜਾਏਗਾ। ਤੇ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਅਗਲਾ ਪ੍ਰਸ਼ਨ ਇਹਦੇ ਨਾਲ ਹੀ ਪੁੱਛਿਆ ਹੋਇਆ ਵਾ ਆਪਸ਼ਨ ਦੇ ਵਿੱਚ, ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਦੇ 3 ਢੰਗ ਲਿਖੋ। ਤਾਂ ਦੋਸਤੋ ਚਲੋ ਦੇਖਦੇ ਹਾਂ ਲੋਹੇ ਨੂੰ ਜਿਹੜਾ ਹੈਗਾ ਵਾ ਯਾਨੀ ਕਿ ਆਇਰਨ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕੋਈ ਢੰਗ ਯਾਨੀ ਕਿ ਲੋਹੇ ਨੂੰ ਜੰਗ ਲੱਗਣ ਤੋਂ ਹੇਠ ਲਿਖੇ ਤਰੀਕੇ ਨਾਲ ਬਚਾ ਸਕਦਾ ਹੈ, ਜਿਵੇਂ ਕਿ ਪੇਂਟ ਕਰਕੇ, ਗਰੀਸ ਕਰਕੇ ਤੇ ਅੱਗੇ ਦੋਸਤੋ ਆਪਣਾ ਗਲਵੈਨੀਕਰਨ ਕਰਕੇ ਜ਼ਿੰਕ ਦੀ ਪਰਤ ਚੜਾਉਣਾ। ਠੀਕ ਹੈ ਜੀ, ਕਿਸੇ ਵੱਧ ਕਿਰਿਆਸ਼ੀਲ ਧਾਤ ਨਾਲ ਜੋੜ ਕੇ। ਤਾਂ ਤੁਹਾਡੇ ਇਹ ਢੰਗ ਹੈਗੇ ਆ। ਤੇ ਹੁਣ ਦੋਸਤੋ ਆਪਣਾ ਇਹ ਅਗਲਾ ਪ੍ਰਸ਼ਨ ਲਾਸਟ ਪ੍ਰਸ਼ਨ ਆ, ਦੇਖੋ ਅਜਿਹੀ ਧਾਤ ਦੀ ਉਦਾਹਰਣ ਦਿਓ ਠੀਕ ਹੈ ਜੀ ਜੋ ਬਿਜਲੀ ਦੀ ਜਿਹੜੀ ਸੁਚਾਲਕ ਹੈ ਚਮਕੀਲੀ ਹੁੰਦੀ ਹੈ। ਠੀਕ ਹੈ ਜੀ, ਤਾਂ ਇਹਦਾ ਆਨਸਰ ਦੋਸਤੋ ਕੀ ਆਵੇਗਾ? ਤਾਂ ਇਹਦਾ ਆਨਸਰ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਤਾਂ ਦੋਸਤੋ ਇਹਦਾ ਆਨਸਰ ਜਿਹੜਾ ਹੈਗਾ ਵਾ ਮੈਂ ਇਹੀ ਲੱਭਿਆ ਸੀਗਾ, ਗ੍ਰੇਫਾਈਟ ਆਏਗਾ ਪਹਿਲੇ ਦਾ। ਠੀਕ ਹੈ ਜੀ, ਦੂਸਰੇ ਦਾ ਦੋਸਤੋ ਆਇਓਡੀਨ ਇਹ ਆ ਸਕਦਾ ਵਾ। ਅਗਰ ਤੁਹਾਨੂੰ ਲੱਗਦਾ ਕਿ ਇਹ ਦੋਨੋਂ ਨਹੀਂ ਆਣਗੇ, ਕੁਝ ਹੋਰ ਆਏਗਾ, ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਵਾ। ਜਿੱਥੇ ਤੱਕ ਮੈਨੂੰ ਉਮੀਦ ਆ ਇਹੀ ਦੋਨੋਂ ਇਹਦਾ ਰਾਈਟ ਆਨਸਰ ਹੋਏਗਾ। ਬਾਕੀ ਤੁਹਾਨੂੰ ਅਗਰ ਲੱਗਦਾ ਕਿ ਕੁਝ ਹੋਰ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਹਜੇ ਜ਼ਰੂਰ ਦੱਸ ਦੇਣਾ। ਤਾਂ ਦੋਸਤੋ ਇਸ ਤੋਂ ਬਾਅਦ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਸਾਰਾ ਹੀ ਪੇਪਰ ਖਤਮ ਹੋ ਗਿਆ। ਅਸੀਂ ਸਾਰਾ ਦਾ ਸਾਰਾ ਪੇਪਰ ਸੋਲਵ ਕਰ ਲਿਆ। ਪਿਛਲੇ ਸਾਲ ਦਾ ਇਹ ਪੇਪਰ ਸੀਗਾ। ਠੀਕ ਹੈ ਜੀ, ਬੋਰਡ ਦਾ ਇਹ ਪੇਪਰ ਸੀਗਾ, ਵੈਰੀ ਇੰਪੋਰਟੈਂਟ। ਇਹਦੇ ਵਿੱਚ ਪ੍ਰਸ਼ਨ ਉੱਤਰ ਸੀਗੇ ਤੇ ਪੇਪਰ ਤੁਹਾਨੂੰ 80 ਨੰਬਰ ਦਾ ਆਵੇਗਾ, ਇਹ ਧਿਆਨ ਦੇ ਵਿੱਚ ਰੱਖਿਓ। ਓਕੇ ਦੋਸਤੋ, ਚਲੋ ਠੀਕ ਹੈ ਜੀ, ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ। ਬਾਕੀ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਦੀ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।